ਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 28 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਸਟੂਡੀਓ ਦੇ ਇਹਨਾਂ ਦੇ ਆਫਿਸ ਦੇ ਵਿੱਚ, ਨੰਬਰ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਆ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੋਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆ ਰਹੇ ਹਾਂ ਵੀ ਜਿੱਥੇ ਵੀ ਪੈਸੇ ਆ ਸੇਵ ਕਰਕੇ ਰੱਖੋ, ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ। ਸਟਾਕ ਮਾਰਕੀਟ ਅੱਜ ਫਿਰ ਕਾਫੀ ਡਾਊਨ ਗਈ ਹੈਗੀ ਆ, 600-700 ਪੁਆਇੰਟ ਦੇ ਕਰੀਬ। ਮੰਡੇ ਵੀ ਜਿਹੜੀ ਆ 700 ਪੁਆਇੰਟ ਜਿਹੜੀ ਡਾਊਨ ਗਈ ਸੀ। ਸੋ ਮੇਨ ਰੀਜ਼ਨ ਉਹੀ ਹੈਗੇ ਆ, ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਕੇਸਾਂ ਦੀ ਗਿਣਤੀ ਬਹੁਤ ਵੱਧ ਰਹੀ ਹੈਗੀ ਆ ਤੇ ਇਸੇ ਤਰ੍ਹਾਂ US ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈਗੀ ਆ, ਉਹਦਾ ਆਊਟਕਮ ਕੀ ਹੋਊਗਾ। ਯੂਰਪ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈਗੀ ਆ ਅਤੇ ਇਸੇ ਤਰ੍ਹਾਂ ਜਿਹੜਾ ਸਟਿਮੂਲਸ ਪੈਕੇਜ ਆ ਉਹਦੇ ਬਾਰੇ ਕੀ ਗੱਲਬਾਤ ਹੋਊਗੀ, ਉਹ ਵੀ ਇੱਕ ਤਰ੍ਹਾਂ ਨਾਲ ਲਿੰਬੋ 'ਚ ਹੀ ਆ, ਕਿਉਂਕਿ ਹੁਣ ਤਾਂ ਲੱਗਦਾ ਨਹੀਂ ਇਲੈਕਸ਼ਨ ਤੋਂ ਪਹਿਲਾਂ ਕੁਛ ਹੋਊਗਾ, ਉਹ ਤੋਂ ਬਾਅਦ ਕੀ ਬਣੂਗਾ। ਤੇ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਇਮੈਨੂਅਲ ਮੈਕਰੋਨ, ਉਹ ਅੱਜ ਕਹਿੰਦੇ ਉਹਨਾਂ ਨੇ ਸਪੀਚ ਦੇਣਾ ਹੈ ਵੀ ਹੋ ਸਕਦਾ ਸਾਰੇ ਫਰਾਂਸ ਨੂੰ ਲੋਕਡਾਊਨ ਕੀਤਾ ਜਾ ਸਕੇ। ਜਰਮਨ ਦੇ ਚਾਂਸਲਰ ਐਂਜਲਾ ਮਾਰਕਲ ਨੇ ਵੀ ਸਾਰੇ ਜਿਹੜੇ ਬਾਰ ਆ ਉੱਥੇ ਰੈਸਟੋਰੈਂਟਸ ਹੈਗੇ ਆ ਉਹਨਾਂ ਨੂੰ ਕਲੋਜ਼ ਕਰ ਦਿੱਤਾ। ਇਟਲੀ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਕਲੋਜ਼ ਹੋਏ ਹੈਗੇ ਆ ਕਰੋਨਾ ਵਾਇਰਸ ਨੂੰ ਲੈ ਕੇ। ਸੋ ਕਈ ਜਗ੍ਹਾ 'ਤੇ ਤਾਂ ਕਹਿੰਦੇ ਵੀ ਇਹ ਥਰਡ ਵੇਵ ਜਿਹੜੀ ਕਰੋਨਾ ਵਾਇਰਸ ਦੀ ਚੱਲ ਰਹੀ ਹੈਗੀ ਆ। ਜੀ ਬਿਲਕੁਲ, ਸਥਿਤੀ ਬਹੁਤੀ ਚੰਗੀ ਨਹੀਂ ਆ ਅਮਰੀਕਾ ਦੇ ਵਿੱਚ। ਤਾਂ ਜੇ ਪਹਿਲੀ ਵੇਵ ਹੀ ਜਿਹੜੀ ਉਹ ਮੁੱਕੀ ਨਹੀਂ ਸੀਗੀ ਅਤੇ ਇਹ ਮੁੜ ਦੁਬਾਰਾ ਕੇਸ ਇੱਥੇ ਰਿਕਾਰਡ ਤੋੜ ਕੇਸ ਜਿਹੜੇ ਆ ਉਹ ਐਵਰੀਡੇ ਨਵੇਂ ਹਾਈ ਨੰਬਰਸ ਜਿਹੜੇ ਉਹ ਆ ਰਹੇ ਆ। ਪਰ ਲੋਕ ਇੱਦਾਂ ਲੱਗ ਰਿਹਾ ਵੀ ਸ਼ਾਇਦ ਬਹੁਤੀ ਪਰਵਾਹ ਜਿਹੜੀ ਉਹ ਨਹੀਂ ਕਰ ਰਹੇ। ਇਹ ਹਾਲਾਤ ਨਿਊਯਾਰਕ ਵਰਗੇ ਕਈ ਹੋਰ ਸੂਬਿਆਂ ਦੇ ਵਿੱਚ ਬਣ ਸਕਦੇ ਨੇ। ਸੋ ਇਹਤਿਆਤ ਜਿਹੜਾ ਸਾਰਿਆਂ ਨੂੰ ਧਿਆਨ ਜਿਹੜਾ ਆ ਉਹ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਅਤੇ ਯੂਰਪ ਦਾ ਤੁਸੀਂ ਹਾਲ ਜਿਹੜਾ ਉਹ ਬਿਆਨ ਕੀਤਾ ਹੀ ਆ ਵੀ ਉੱਥੇ ਵੀ ਕਈ ਕੁਛ ਹੁਣ ਮੁੜ ਦੁਬਾਰਾ ਜਿਹੜਾ ਉਹ ਬੰਦ ਹੋਣ ਜਾ ਰਿਹਾ ਆ। ਨਹੀਂ ਜੀ, ਸੈਨੇਟ ਨੂੰ ਅਡਜਰਨ ਕਰ ਗਿਆ ਮਿਚ ਮਕੋਨਲ। ਉਹਨਾਂ ਨੂੰ ਸਿਰਫ ਅਤੇ ਸਿਰਫ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਲਾਉਣ ਦਾ ਹੀ ਸੀਗਾ। ਲੋਕ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਉਹ ਢੱਠੇ ਖੂਜ ਜਾਣ, ਦੇ ਡੋਂਟ ਕੇਅਰ। ਉਹਨਾਂ ਨੇ ਕੋਈ ਕੇਅਰ ਨਹੀਂ ਕੀਤੀ ਅਤੇ ਸੈਨੇਟ ਅਡਜਰਨ ਹੋ ਗਈ ਆ। ਸੋ ਸਟਿਮੂਲਸ ਡੀਲ ਬਣਦੀ ਆ ਨਹੀਂ ਬਣਦੀ ਆ, ਨੈਗੋਸੀਏਸ਼ਨ ਹੁੰਦੀ ਆ ਨਹੀਂ ਹੁੰਦੀ ਆ, ਉਸ ਦੇ ਹੁਣ ਕੋਈ ਮਾਇਨੇ ਜਿਹੜੇ ਆ ਉਹ ਨਹੀਂ ਰਹਿ ਜਾਂਦੇ, ਕਿਉਂਕਿ ਇਨ ਦੀ ਐਂਡ ਕਾਂਗਰਸ ਨੇ ਸੈਨੇਟ ਦੇ ਵਿੱਚੋਂ ਇਹ ਬਿੱਲ ਜਿਹੜਾ ਉਹ ਪਾਸ ਹੋਣਾ ਸੀ। ਪਰ ਮਿਚ ਮਕੋਨਲ ਨੇ ਸਾਰੇ ਹੀ ਸੈਨੇਟਰਸ ਨੂੰ ਘਰੋਂ ਘਰੀ ਤੋਰ ਦਿੱਤਾ। ਕਹਿੰਦੇ ਵੀ ਜਾਓ ਜਾ ਕੇ ਆਪਣੀ ਜ਼ਿੰਦਗੀ ਦੀ ਰੀ ਇਲੈਕਸ਼ਨ ਆ ਜਾਂ ਜੋ ਵੀ ਕਰਨਾ ਆ ਤੁਸੀਂ ਘਰਾਂ ਜਾ ਕੇ ਇੰਜੋਏ ਹੁਣ ਤੁਸੀਂ ਕਰੋ। ਸੋ ਸਟਿਮੂਲਸ ਪਲਾਨ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਟੋਟਲੀ ਫੇਲ ਹੋ ਚੁੱਕਾ ਆ। ਅਤੇ ਇਸੇ ਕਰਕੇ ਅਤੇ ਵੱਧ ਰਹੇ ਕਰੋਨਾ ਵਾਇਰਸ ਦੇ ਕੇਸਾਂ ਦੇ ਕਰਕੇ ਜਿਹੜੀ ਮਾਰਕੀਟ ਆ ਉਹ ਥੱਲੇ ਵੱਲ ਨੂੰ ਰੁੱਖ ਕੀਤੀ ਆ। ਆਹ ਹਫ਼ਤਾ ਪੂਰਾ ਹੀ ਰਾਈਟ ਨਾਓ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ
ਉਹ ਥੱਲੇ ਵੱਲ ਨੂੰ ਹੀ ਜਿਹੜਾ ਰੁੱਖ ਆ ਉਹ ਕੀਤਾ ਹੋਇਆ ਆ। ਇਸ ਮੌਕੇ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ 688 ਕੁ ਪੁਆਇੰਟ ਜਿਹੜੀ ਆ ਉਹ ਨੈਗੇਟਿਵ ਦੇ ਵਿੱਚ, ਰੈੱਡ ਦੇ ਵਿੱਚ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਨੈਸਡੈਕ ਵੀ ਅਤੇ S&P ਵੀ, ਅਤੇ ਯੂਰਪ ਦੇ ਵਿੱਚ ਕੇਸ ਵਧਣ ਦੇ ਕਰਕੇ ਉੱਥੇ ਦੀਆਂ ਵੀ ਸਟਾਕ ਮਾਰਕੀਟਸ ਜਿਹੜੀਆਂ, ਚਾਹੇ ਲੰਡਨ ਦੀ ਆ, ਜਾਪਾਨ ਦੀ ਆ, ਹਾਂਗਕਾਂਗ ਦੀ ਆ, ਜਰਮਨੀ ਦੀ ਆ, ਉਹ ਵੀ ਸਾਰੀਆਂ ਜਿਹੜੀਆਂ ਉਹ ਥੱਲੇ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਨੇ। ਸੋ ਪਹਿਲਾਂ ਵੀ ਆਪਾਂ ਕਿਹਾ ਸੀਗਾ ਵੀ ਜਿਸ ਨੇ ਵੀ ਕੋਈ ਵੀ ਖਰਚਾ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਕਰਨਾ ਆ, ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਉਸ ਦੇ ਲੌਂਗ ਟਰਮ ਇਫੈਕਟ ਜਿਹੜੇ ਉਹ ਦੇਖ ਕੇ ਜਿਹੜਾ ਵੀ ਕਦਮ ਚੁੱਕੋ। ਤੁਹਾਨੂੰ ਕਦਮ ਚੱਕਣ ਤੋਂ ਨਹੀਂ ਰੋਕਦੇ, ਪਰ ਇਹ ਆ ਵੀ ਜਿੱਥੇ ਤੁਸੀਂ ਇੱਕ ਵਾਰੀ ਸੋਚਦੇ ਸੀ ਉੱਥੇ 2-3 ਵਾਰੀ ਜਿਹੜਾ ਉਸ ਦੇ ਪ੍ਰਤੀ ਜਿਹੜਾ ਉਹ ਜ਼ਿਆਦਾ ਸੋਚੋ, ਤਾਂ ਜੋ ਇਹ ਨਾ ਹੋਵੇ ਵੀ ਆਪਾਂ ਜਿਹੜੀ ਕਿਸੇ ਹੋਰ ਸਥਿਤੀ ਦੇ ਵਿੱਚ ਮਾੜੀ 'ਚ ਪਹੁੰਚ ਜਾਈਏ। ਇਹ ਜਿਹੜੇ ਲਗਾਤਾਰ ਸਲਾਈਡ ਚੱਲ ਰਿਹਾ ਆ ਜਿਹੜਾ ਸਟਾਕ ਮਾਰਕੀਟ ਦਾ, ਇਹ ਰਾਸ਼ਟਰਪਤੀ ਟਰੰਪ ਨੂੰ ਹਰਟ ਵੀ ਕਰ ਸਕਦਾ ਆ ਕੈਂਪੇਨ ਦੇ ਦੌਰਾਨ, ਕਿਉਂਕਿ ਇਕਨੋਮਿਕ ਰਿਕਵਰੀ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਉਹ ਕਹਿ ਰਹੇ ਸੀਗੇ ਵੀ ਦੇਖੋ ਆਪਾਂ ਮੁੜ ਦੁਬਾਰਾ ਸਾਰਾ ਕੁਝ ਠੀਕ ਕਰਨ ਦੇ ਕਗਾਰ ਦੇ ਉੱਤੇ ਆ, ਇੱਕ ਵਾਰੀ ਰੀਇਲੈਕਟ ਹੋ ਜਾਈਏ ਤਾਂ ਫਿਰ ਆਪਾਂ ਸਾਰਾ ਕੁਝ ਹੋਰ ਜ਼ਿਆਦਾ ਠੀਕ ਹੋ ਜਾਊਗਾ। ਪਰ ਉਸ ਚੀਜ਼ ਦੇ ਹੁੰਦਿਆਂ ਹੋਇਆਂ ਵੀ ਬਾਵਜੂਦ ਵੀ ਡਿਊਰਿੰਗ ਕੈਂਪੇਨ ਇਹ ਸਟਾਕ ਮਾਰਕੀਟ ਦਾ ਸਲਾਈਡ ਕਰਨਾ, ਥੱਲੇ ਵੱਲ ਨੂੰ ਜਾਣਾ, ਉਹਨਾਂ ਦੇ ਲਈ ਹੋ ਸਕਦਾ ਹੈ ਵੀ ਚੁਣਾਵੀ ਜਿਹੜਾ ਮੁੱਦਾ ਆ ਉਸ ਦੇ ਵਿੱਚ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਜਿਹੜੀ बढ़त ਉਹ ਨਾ ਮਿਲ ਸਕੇ। ਨਵੀਆਂ ਜਿਹੜੀਆਂ ਹਰਜੋਤ ਸਿੰਘ ਜੀ ਇਲੈਕਸ਼ਨ ਦੇ ਮਾਮਲੇ 'ਚ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਨਵੀਆਂ ਜਿਹੜੀਆਂ ਪੋਲਸ ਜਿਹੜੀਆਂ ਆ ਰਹੀਆਂ ਨੇ, ਜੋ ਬਾਈਡਨ ਦੀ ਓਵਰਆਲ ਨੈਸ਼ਨਲ ਐਵਰੇਜ ਜਿਹੜੀ ਆ ਲੀਡ ਆ ਉਹ ਥੋੜ੍ਹੀ ਘਟੀ ਹੈਗੀ ਆ। ਹੁਣ 6 ਤੋਂ 7% ਜਿਹੜੀ RCP ਪੋਲਸ ਦੇ ਮੁਤਾਬਕ ਉਹ ਦੱਸੀ ਜਾ ਰਹੀ ਆ। ਉੱਦਾਂ ਓਵਰਆਲ ਕਈ ਥਾਵਾਂ ਦੇ ਉੱਤੇ ਅਜੇ ਵੀ ਇਸ ਨੂੰ 9% ਪੁਆਇੰਟਸ ਦੇ ਨਾਲ ਨੈਸ਼ਨਲੀ ਬਾਈਡਨ ਨੂੰ ਅੱਗੇ ਜਿਹੜਾ ਉਹ ਦਿਖਾਇਆ ਜਾ ਰਿਹਾ, 43 ਤੋਂ 52%। ਅਤੇ ਮਿਸ਼ੀਗਨ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਹੁਣ ਉਹਨਾਂ ਦੀ ਲੀਡ ਛੋਟੀ ਹੋਈ ਆ, ਥੋੜ੍ਹੀ ਹੋਈ ਆ, ਉਹ ਬਿਲਕੁਲ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਵੀ ਬੈਟਲ ਗਰਾਊਂਡ ਜਿਹੜੀ ਸਟੇਟ ਹੈਗੀ ਆ, ਜਿੱਥੇ ਇੱਕ ਟਾਈਮ ਦੇ ਉੱਤੇ 9 ਪੁਆਇੰਟ ਨਾਲ ਲੀਡ ਕਰ ਰਿਹਾ ਸੀ, ਉਸ ਦੀ ਲੀਡ ਜਿਹੜੀ ਉੱਥੇ ਘਟੀ ਆ। ਅਤੇ ਵਿਸਕੌਨਸਨ ਦੇ ਵਿੱਚ ਉਸ ਦੀ बढ़त ਜਿਹੜੀ ਉਹ ਥੋੜ੍ਹੀ ਜ਼ਿਆਦਾ ਹੈਗੀ ਆ। ਸੋ ਇਹ ਜਿਹੜਾ ਹੁਣ ਦੇਖਣ ਨੂੰ ਉੱਧਰ ਮਿਲ ਰਿਹਾ ਹੈਗਾ ਆ। ਸੋ ਲੀਡਸ ਬੈਟਲ ਗਰਾਊਂਡ ਦੇ ਵਿੱਚ 2 ਸਟੇਟਸ ਦੇ ਵਿੱਚ ਹੀ ਜਿਹੜਾ ਬਾਈਡਨ ਉਹ ਅੱਗੇ ਆ, ਬਾਕੀ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਕਿਤੇ ਨਾ ਕਿਤੇ ਜਿਹੜੇ ਉਹ ਅੱਗੇ ਚੱਲ ਰਹੇ ਆ, ਜਾਂ ਬਿਲਕੁਲ ਹੀ ਨੈਕ ਟੂ ਨੈਕ ਜਿਹੜੀ ਫਾਈਟ ਆ ਉਹ ਚੱਲ ਰਹੀ ਹੈਗੀ ਆ। ਸੋ ਇਹ ਬੜੇ ਅਹਿਮ ਸਟੇਟਸ ਜਿਹੜੀਆਂ ਇਹ ਹੈਗੀਆਂ ਜਿੱਥੇ ਜਿੱਥੇ ਜ਼ੋਰ ਜਿਹੜਾ ਦੋਨਾਂ ਹੀ ਕੈਂਪੇਨਸ ਦੇ ਦੁਆਰਾ ਪੂਰਨ ਤੌਰ ਦੇ ਉੱਤੇ ਲੱਗਾ ਹੋਇਆ ਆ। ਅਗਲੀ ਖਬਰ ਵਿੱਚ ਚਲੀਏ, ਜਿਹੜੀ ਇੱਕ NPR ਨੇ ਰਿਪੋਰਟ ਕੀਤੀ ਹੈ, ਕਹਿੰਦੇ ਪਈ ਲਤੀਨੋ ਵੋਟਰਸ ਜਿਹੜੇ ਸਪੈਨਿਸ਼ ਵੋਟਰਸ ਆ ਉਹ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਆ ਕਾਫੀ ਜਿਹੜੇ ਆ। ਜੇ ਕਹਿੰਦੇ ਸਨ 2016 ਦੀਆਂ ਇਲੈਕਸ਼ਨ ਨੂੰ ਅੱਜ 2020 ਦੀ ਇਲੈਕਸ਼ਨ 'ਚ ਦੇਖਿਆ ਜਾਵੇ ਤੇ ਕਹਿੰਦੇ 8% ਜ਼ਿਆਦਾ ਜਿਹੜੇ ਲਤੀਨੋ ਸਪੈਨਿਸ਼ ਵੋਟਰਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਨੂੰ ਸਪੋਰਟ ਕਰਦੇ ਹੈਗੇ ਆ। ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਨਾਂ ਦੇ ਇਸ਼ੂ ਹੈਗੇ ਆ ਇਕੋਨਮੀ ਦਾ ਆ। ਮੋਸਟਲੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਸਪੈਨਿਸ਼ ਆ ਲਤੀਨੋ ਆ ਉਹ ਕੈਥੋਲਿਕ ਹੈਗੇ ਆ ਅਤੇ ਧਾਰਮਿਕ ਆ ਅਤੇ ਅਬੋਰਸ਼ਨ ਦੇ ਉਹ ਹੱਕ 'ਚ ਨਹੀਂ ਹੈਗੇ। ਤਦੇ ਆਪਾਂ ਦੇਖਦੇ ਵੀ ਆ ਵੀ ਬਹੁਤ ਸਾਰੇ ਜਿਹੜੇ ਸਪੈਨਿਸ਼ ਆ ਉਹਨਾਂ ਦੇ ਕਿੰਨੇ ਜਿਹੜੇ ਬੱਚੇ ਹੁੰਦੇ ਹੈਗੇ ਆ। ਸੋ ਉਹ ਇਸ਼ੂਜ਼ ਨੂੰ ਲੈ ਕੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਆ, ਅਤੇ ਇਹ ਵੀ ਉਹ ਫੀਲ ਕਰ ਰਹੇ ਆ ਕਈ ਭਈ ਅਸੀਂ 100 ਸਾਲ ਤੋਂ ਵੱਧ ਸਮੇਂ ਤੋਂ ਵੀ ਇੱਥੇ ਰਹਿ ਰਹੇ ਹਾਂ। ਕਈ ਤਾਂ ਇਹ ਕਹਿੰਦੇ ਸਟੇਟ ਹੀ ਉਹਨਾਂ ਦੀ ਆ, ਕੈਲੀਫੋਰਨੀਆ ਜਿਹੜੀ ਮੈਕਸੀਕੋ ਦੀ ਸਟੇਟ ਹੁੰਦੀ ਸੀ, ਅਤੇ ਭਈ ਸਾਨੂੰ ਹਜੇ ਵੀ ਇਹ ਕਹੀ ਜਾਂਦੇ ਵੀ ਨਹੀਂ ਜੀ ਇਹ ਮੈਕਸੀਕੋ ਤੋਂ ਆਏ ਹੋ ਆ। ਉਹ ਕਹਿੰਦੇ ਵੀ ਸਾਡੀ 3rd 4th 5th ਜਨਰੇਸ਼ਨ ਤੱਕ ਇੱਥੇ ਹੈਗੀ ਆ। ਅਸੀਂ ਐਜ਼ ਬਾਕੀ ਦੇ ਜਿੱਦਾਂ ਦੇ ਅਮੈਰੀਕਨ ਆ ਉੱਦਾਂ ਦੇ ਹੁਣ ਹੈਗੇ ਆ। ਸੋ ਹੁਣ ਇਕੱਲਾ ਇਮੀਗ੍ਰੇਸ਼ਨ ਇਸ਼ੂ ਨਹੀਂ ਹੈਗਾ, ਜਿਹੜੇ ਇੱਥੇ ਇਮੀਗ੍ਰੈਂਟ ਆਏ ਹੋਏ ਹੈਗੇ ਆ ਮੈਕਸੀਕੋ ਤੋਂ, ਉਹ ਕਹਿੰਦੇ ਵੀ ਸਾਡੇ ਹੁਣ ਹੋਰ ਬਹੁਤ ਸਾਰੇ ਇਸ਼ੂ ਜਿਸ ਤਰ੍ਹਾਂ ਮੈਂ ਦੱਸਿਆ ਹੀ ਹੈਗਾ ਆ, ਇਕੋਨਮੀ ਦਾ, ਧਾਰਮਿਕ, ਉਹ ਜਿਹੜੇ ਇਸ਼ੂਜ਼ ਹੈਗੇ ਆ ਉਹ ਜਿੱਦਾਂ ਹੋਰ ਅਮਰੀਕਨ ਦੇ ਆ ਉੱਦਾਂ ਹੀ ਸਾਡੇ ਹੈਗੇ ਆ। ਸੋ ਐਰੀਜ਼ੋਨਾ ਦੇ ਵਿੱਚ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕੁਛ ਲਿਫਟ ਜਿਹੜੀ ਆ ਸਨ 2016 ਨਾਲੋਂ ਹੁਣ ਸਪੈਨਿਸ਼ ਵੋਟਰਸ ਵੱਲੋਂ ਜ਼ਿਆਦਾ ਮਿਲ ਰਹੀ ਆ। ਜੀ, ਅੱਜ ਫੇਸਬੁੱਕ, ਟਵਿੱਟਰ ਅਤੇ ਗੂਗਲ ਦੇ ਜਿਹੜੇ CEO ਆ ਉਹ ਸੈਨੇਟ ਦੀ ਕਮੇਟੀ ਦੇ ਸਾਹਮਣੇ ਕਹਿੰਦੇ ਆ ਉਹ ਪੇਸ਼ ਹੋਣਗੇ। ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹਨਾਂ ਜਿਹੜੀਆਂ ਟੌਪ ਦੀਆਂ ਵੱਡੀਆਂ ਟੈਕ ਕੰਪਨੀਜ਼ ਆ ਉਹਨਾਂ ਦੇ ਖਿਲਾਫ
ਕਾਫੀ ਜ਼ਿਆਦਾ ਜਿਹੜੇ ਕੇਸਿਸ ਵੀ ਜਿਹੜੇ ਉਹ ਲਾਏ ਗਏ ਨੇ। ਖਾਸ ਕਰਕੇ ਜਿਹੜਾ ਸੈਕਸ਼ਨ 230 ਜਿਹੜਾ ਹੈਗਾ ਆ ਉਸ ਨੂੰ ਰੱਦ ਕਰਨ ਦੀ ਮੰਗ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਇਹ ਜਿਹੜੇ ਟੈਕ ਐਗਜ਼ੀਕਿਊਟਿਵ ਆ ਉਹਨਾਂ ਦਾ ਇਹੀ ਕਹਿੰਦੇ ਮਕਸਦ ਰਹੂਗਾ ਵੀ ਜਿਹੜਾ ਸੈਕਸ਼ਨ 230 ਹੈਗਾ ਕਮਿਊਨੀਕੇਸ਼ਨ ਡੀਸੈਂਸੀ ਐਕਟ ਜਿਹੜਾ 1996 ਦੇ ਵਿੱਚ ਬਣਿਆ ਸੀਗਾ ਵੀ ਉਸ ਨੂੰ ਉਹ ਡਿਫੈਂਡ ਕਰਨਗੇ। ਫੇਸਬੁੱਕ ਦੇ ਮਾਰਕ ਜ਼ਕਰਬਰਗ, ਟਵਿੱਟਰ ਦੇ ਜ਼ੈਕ ਡਾਰਸੀ ਅਤੇ ਗੂਗਲ ਦੇ ਸੁੰਦਰ ਪਿਚਾਈ ਜਿਹੜੇ ਆ ਉਹ ਕਹਿੰਦੇ ਵੀ ਵਰਚੁਅਲੀ ਇਸ ਸੈਨੇਟ ਕਾਮਰਸ ਕਮੇਟੀ ਆ ਉਸ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਅਤੇ ਕਹਿੰਦੇ ਵੀ ਅੰਡਰ ਓਥ ਜਿਹੜੇ ਆ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਪੁੱਛੇ ਜਾਣਗੇ। ਖਾਸ ਕਰਕੇ ਕਹਿੰਦੇ ਵੀ ਬਿਗ ਟੈਕਨੋਲੋਜੀ ਵਾਲੇ ਜਿਹੜੇ ਆ ਇਹਨਾਂ ਦਾ ਬੈਡ ਬਿਹੇਵੀਅਰ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਰਤਾਰਾ ਜਿਹੜਾ ਉਹ ਕੀਤਾ ਆ। ਜਿਹੜੇ ਕੰਜ਼ਰਵੇਟਿਵ ਆ ਉਹ ਦੋਸ਼ ਲਾਉਂਦੇ ਆ ਵੀ ਸਾਡੀ ਜਿਹੜੀ ਆਵਾਜ਼ ਨੂੰ ਇਹ ਦੱਬਦੇ ਨੇ ਅਤੇ ਜਿਹੜੇ ਕੁਛ ਲਿਬਰਲ ਆ ਉਹ ਵੀ ਇਹਨਾਂ ਦੇ ਉੱਤੇ ਇੱਦਾਂ ਦੇ ਦੋਸ਼ ਲਾਉਂਦੇ ਆ ਵੀ ਸਾਡੀ ਆਵਾਜ਼ ਨੂੰ ਵੀ ਇਹ ਕਈ ਵਾਰੀ ਜਿਹੜੇ ਉਹ ਦੱਬ ਜਾਂਦੇ ਨੇ। ਬੀਤੇ ਦਿਨਾਂ 'ਚ ਕੁਛ ਰਿਪੋਰਟਾਂ ਦੇ ਮੁਤਾਬਕ ਫੇਸਬੁੱਕ ਦਾ ਜਿਹੜਾ ਮਾਰਕ ਜ਼ਕਰਬਰਗ ਆ ਉਸ ਨੂੰ ਕੰਜ਼ਰਵੇਟਿਵ ਲੋਕਾਂ ਦੇ ਜ਼ਿਆਦਾ ਨਜ਼ਦੀਕ ਜਿਹੜਾ ਆ ਉਹ ਦੱਸਿਆ ਗਿਆ ਹੈਗਾ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜਿਹੜੀਆਂ ਸਾਹਮਣੇ ਆਉਣਗੀਆਂ। ਸੋ ਸੈਕਸ਼ਨ 230 ਦੇ ਉੱਤੇ ਹੀ ਇਸ ਕਾਮਰਸ ਕਮੇਟੀ ਦਾ ਕਹਿੰਦੇ ਆ ਵੀ ਬਹੁਤਾ ਰੁਖ ਰਹੂਗਾ ਵੀ ਕਿਉਂ ਇਸ ਨੂੰ ਰੱਖਿਆ ਜਾਵੇ, ਵੀ ਕਿਉਂ ਨਾ ਇਸ ਨੂੰ ਰੱਦ ਕਰ ਦਿੱਤਾ ਜਾਵੇ ਤਾਂ ਜੋ ਵੀ ਇਹ ਵੀ ਇੱਕ ਹਿਸਾਬ ਦੇ ਨਾਲ ਅਦਾਲਤੀ ਸ਼ਿਕੰਜੇ ਦੇ ਵਿੱਚ ਆ ਸਕਣ ਜੇ ਕੋਈ ਇਹਨਾਂ ਦੀ ਪਲੈਟਫਾਰਮ ਦੀ ਵਰਤੋਂ ਕਰਦੇ ਹੋਏ ਕੁਛ ਵੀ ਪੁੱਠਾ ਸਿੱਧਾ ਜਿਹੜਾ ਆ ਉਹ ਕਹਿੰਦਾ ਆ, ਬੋਲਦਾ ਹੈ ਜਾਂ ਇਸ ਦੀ ਵਰਤੋਂ ਜਿਹੜਾ ਉਹ ਕਰਦਾ ਹੈ। ਇਹ ਇੱਕ 230 ਸੈਕਸ਼ਨ ਦੇ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਬਚੀਆਂ ਹੋਈਆਂ ਨੇ ਕਿਉਂਕਿ ਕੋਈ ਵੀ ਕੁਛ ਵੀ ਆ ਕੇ ਉਹਨਾਂ ਦੇ ਪਲੈਟਫਾਰਮ ਦੇ ਉੱਤੇ ਬੋਲਦਾ ਹੈ ਅਤੇ ਇਹਨਾਂ ਦੇ ਉੱਤੇ ਕੋਈ ਲਾਇਬਿਲਿਟੀ ਉਸ ਦੇ ਕਰਕੇ ਜਿਹੜੀ ਉਹ ਨਹੀਂ ਬਣਦੀ ਹੈਗੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਕਰਕੇ ਇਹ ਕੀ ਹੁੰਦੀਆਂ ਕਿਉਂਕਿ ਹਰਜੋਤ ਸਿੰਘ ਜੀ ਜੇ ਜਿਹੜਾ ਸੈਕਸ਼ਨ ਰਿਪੀਲ ਹੋ ਜਾਂਦਾ ਇਹ ਕੰਪਨੀਆਂ ਦੀ ਹੋਂਦ ਇੱਕ ਹਿਸਾਬ ਦੇ ਨਾਲ ਖਤਮ ਹੋਣ ਵਾਲੀ ਗੱਲ ਹੋ ਜਾਂਦੀ ਆ ਕਿਉਂਕਿ ਆਪਾਂ ਦੇਖਦੇ ਹੀ ਹਾਂ ਜਿਸ ਤਰੀਕੇ ਦਾ ਵਰਤਾਰਾ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦਾ ਹੈਗਾ ਆ। ਕੋਈ ਕੁਛ ਕਹਿ ਰਿਹਾ ਹੈ, ਕੋਈ ਕਤਲਾਂ ਦੀ ਕਰ ਰਿਹਾ ਆ, ਕੋਈ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੁੰਦਾ ਹੈ, ਕੋਈ ਕਿਸੇ ਨੂੰ ਕੁਛ ਕਹਿ ਰਿਹਾ ਹੁੰਦਾ ਆ, ਕੋਈ ਕੁਛ ਕਹਿ ਰਿਹਾ, ਕੋਈ ਝੂਠ ਅਤੇ ਕੋਈ ਸੱਚ ਜਿਹੜਾ ਬੋਲ ਰਿਹਾ ਹੁੰਦਾ। ਸੋ ਇਹ ਬਹੁਤ ਜ਼ਿਆਦਾ ਸ਼ਿਕੰਜੇ ਦੇ ਵਿੱਚ ਇਹਦੇ ਕਰਕੇ ਜਿਹੜੇ ਉਹ ਕੱਸੇ ਜਾ ਸਕਦੇ ਆ। ਸੋ ਇਹ ਦੇਖਣਾ ਹੋਊਗਾ ਵੀ ਇਹ ਚੀਜ਼ ਬਣਦੀ ਆ ਜਾਂ ਨਹੀਂ ਬਣਦੀ, ਕੀ ਇਹ ਸੈਕਸ਼ਨ ਰੀਪੀਲ ਜਿਹੜਾ ਉਹ ਹੋ ਸਕੂਗਾ ਜਾਂ ਨਹੀਂ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਕੱਲ੍ਹ ਵੀ ਆਪਾਂ ਦੱਸਿਆ ਸੀ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਜਿਹੜਾ ਕਿੱਦਾਂ ਦਾ ਜਿਹੜਾ ਮਟੀਰੀਅਲ ਆਉਂਦਾ ਉਹਦੇ ਮੁਤਾਬਕ ਲਾਇਬਿਲਿਟੀ ਨਹੀਂ ਬਣਦੀ, ਕੇਸ ਨਹੀਂ ਬਣਦਾ ਹੈਗਾ। ਸੋ ਇਹ ਕੰਪਨੀਆਂ ਨੂੰ ਫਾਇਦਾ ਹੋ ਰਿਹਾ ਹੈਗਾ। ਪਰ ਪਿਛਲੇ ਕਈ ਸਾਲਾਂ ਤੋਂ ਦੋਨਾਂ ਹੀ ਪਾਰਟੀਆਂ ਦੇ ਲੀਡਰ ਜਿਹੜੇ ਅਪਸੈਟ ਹੈਗੇ ਕਿਸ ਤਰ੍ਹਾਂ ਜਿਹੜੇ ਕਈ ਹੇਟ ਸਪੀਚ ਹੁੰਦੇ ਹੈਗੇ ਆ ਉੱਤੇ ਫੇਸਬੁੱਕ ਤੇ ਯੂਟਿਊਬ ਤੇ ਟਵਿੱਟਰ ਤੇ ਉਹਨਾਂ ਨੂੰ ਰਿਮੂਵ ਨਹੀਂ ਕਰਦੇ, ਉਹਨਾਂ ਨੂੰ ਹੈਂਡਲ ਨਹੀਂ ਕਰਦੇ, ਕਿੱਦਾਂ ਹੈਂਡਲ ਕਰਨਾ ਆ। ਕਈ ਵਾਰੀ ਤਾਂ ਐਕਸਟ੍ਰੀਮਿਸਟ ਕੰਟੈਂਟ ਵੀ ਕਹਿੰਦੇ ਹੁੰਦਾ ਹੈਗਾ। ਇਲੈਕਸ਼ਨ ਦੀ ਬਹੁਤ ਸਾਰੀ ਡਿਸਇਨਫੋਰਮੇਸ਼ਨ ਉੱਤੇ ਹੁੰਦੀ ਹੈਗੀ ਆ ਤੇ ਇੱਕ ਜਿਹੜਾ ਹੈਗਾ ਆ ਡੈਮੋਕ੍ਰੇਟਸ ਵੱਲੋਂ ਇਹ ਕਿਹਾ ਜਾਂਦਾ ਵੀ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹਨਾਂ ਦੇ ਬਹੁਤ ਸਾਰੇ ਕੰਟਰੋਵਰਸ਼ੀਅਲ ਕਮੈਂਟ ਆ ਉਹਨਾਂ ਨੂੰ ਵੀ ਉਹ ਚੱਜ ਨਾਲ ਹੈਂਡਲ ਨਹੀਂ ਕਰਦੇ। ਸੋ ਇਹ 'ਚ ਆਪਾਂ ਆਪਣੀ ਕਮਿਊਨਿਟੀ 'ਚ ਵੀ ਦੇਖਦੇ ਹਾਂ ਰਾਜਕਨਵੀਰ ਸਿੰਘ ਜੀ, ਇਲੈਕਸ਼ਨ ਆ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਪੋਰਟਰ ਆ ਤੇ ਦੂਸਰੇ ਪਾਸੇ ਜੋ ਬਾਈਡਨ ਦੇ ਸਪੋਰਟਰ ਆ ਕਈ ਵਾਰੀ ਗਾਲੋ ਗਾਲੀ ਉੱਤੇ ਹੋਏ ਹੁੰਦੇ ਆ ਫੇਸਬੁੱਕ ਤੇ ਆਪਾਂ ਦੇਖਦੇ ਆ। ਆਪਾਂ ਬਹੁਤ ਛੋਟੀ ਜਿਹੀ ਕਮਿਊਨਿਟੀ ਆ, ਐਡੀ ਵੱਡੀ ਹੈ ਨਹੀਂ ਜਿੱਦਾਂ ਤੁਸੀਂ ਸੋਚਦੇ ਹੈਗੇ ਤੇ ਨਾ ਹੀ ਸਾਡੀਆਂ ਵੋਟਾਂ ਨੇ ਕਿਸੇ ਨੂੰ ਬੜਾ ਫਰਕ ਪਾਉਣਾ ਹੈਗਾ। ਆਪਾਂ ਲੋਕਲੀ ਰਹਿਣਾ ਆ, ਪ੍ਰੈਜ਼ੀਡੈਂਟ ਬਣ ਜਾਣਾ ਆ ਅਗਲੇ ਮਹੀਨੇ। ਸੋ ਕੋਈ ਐਡੀ ਗੱਲ ਨਹੀਂ ਹੈਗੀ। ਹਾਂ ਇਹ ਜ਼ਰੂਰ ਆ ਪਈ ਬਹੁਤ ਸਾਰੇ ਲੋਕਾਂ ਦੇ ਵਿਚਾਰ ਡਿਫਰੈਂਟ ਆ। ਉਹਦਾ ਕਾਰਨ ਵੀ ਆ ਕਈ ਲੋਕ ਧਾਰਮਿਕ ਜ਼ਿਆਦੇ ਹੈਗੇ ਆ, ਕਈ ਲੋਕ ਲਿਬਰਲ ਹੈਗੇ ਆ, ਕਈ ਲੋਕ ਆਪਣੇ ਬਿਜ਼ਨਸ 'ਚ ਆ ਉਹ ਫਿਰ ਬਿਜ਼ਨਸ ਪੱਖੋਂ ਸੋਚਦੇ ਹੈਗੇ ਆ, ਕਈ ਜਿਹੜੇ ਜੋਬਸ ਕਰਦੇ ਆ ਉਹ ਆਪਣੀ ਜੋਬ ਦੀ ਸਿਕਿਉਰਿਟੀ ਪੱਖੋਂ ਸੋਚਦੇ ਆ ਹੈ ਨਾ। ਕਈਆਂ ਨੂੰ ਹੈਲਥ ਇਸ਼ੂਜ਼ ਆ, ਹੈਲਥ ਇੰਸ਼ੋਰੈਂਸ ਦਾ ਆ ਵੀ ਸਾਡੀ ਰਹੂਗੀ ਜਾਂ ਨਹੀਂ ਰਹੂਗੀ। ਕਈਆਂ ਦੇ ਬਿਜ਼ਨਸ ਆ ਉਹ ਕਹਿੰਦੇ ਵੀ ਸਾਡਾ ਜਿਹੜਾ ਖਰਚਾ ਵੱਧ ਗਿਆ ਹੈਲਥ। ਸੋ ਇੱਦਾਂ ਦੇ ਹਰ ਇੱਕ ਦੇ ਡਿਫਰੈਂਟ ਇਸ਼ੂ ਪਰਸਨਲ ਜਿਹੜੇ ਆ ਵਿਊ ਆ ਨਾ ਕਿ ਪੂਰੀ ਕੌਮ ਦਾ। ਸੋ ਪਹਿਲਾਂ ਵੀ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਭਈ ਚਾਹੇ ਕੋਈ ਹੈਗਾ 6 ਫॉर ਟਰੰਪ ਜਾਂ 6 ਫॉर ਬਾਈਡਨ ਇਹ ਸ਼ਬਦ ਨਾ ਯੂਜ਼ ਕਰੋ। ਜਿਹਦਾ ਜਿੱਥੇ ਵੀ ਦਿਲ ਕਰਦਾ ਉਹ ਕਰੋ ਤੇ ਸਿੱਖ ਸ਼ਬਦ ਨਹੀਂ ਯੂਜ਼ ਕਰਨਾ ਚਾਹੀਦਾ ਕਿਉਂਕਿ ਸਿੱਖ ਜਿਹੜੇ ਆ ਉਹ ਹਰ ਇੱਕ ਨਾ ਮੈਂ ਕੱਲ ਇੱਕ ਆਰਟੀਕਲ ਪੜ੍ਹਦਾ ਸੀ ਉਹ 'ਚ ਐਨਵਾਇਰਮੈਂਟਲਿਸਟ ਜਿਹੜੇ ਗ੍ਰੀਨ ਪਾਰਟੀ ਦੇ ਕੈਂਡੀਡੇਟ ਉਹਨਾਂ ਦੇ ਵੀ ਸਪੋਰਟਰ ਹੈਗੇ ਆ।
ਸੋ ਵੱਖ-ਵੱਖ ਹਰ ਇੱਕ ਦੇ ਆਪਣੇ-ਆਪਣੇ ਵਿਊ ਆ। ਕਈ ਜੰਗ ਨਿਆਣੇ ਜਿਹੜੇ ਆ ਉਹ ਗ੍ਰੀਨ ਪਾਰਟੀ ਨੂੰ ਸਪੋਰਟ ਕਰਦੇ ਆ। ਸੋ ਪਲੀਜ਼ ਜਿਹੜੀ ਭੱਦੀ ਭਾਸ਼ਾ ਆ ਫੇਸਬੁੱਕ, YouTube, ਟਵਿੱਟਰ ਇਹ ਤੇ ਨਾ ਵਰਤੋ, ਕਿਉਂਕਿ ਆਪਾਂ ਛੋਟੀ ਕਮਿਊਨਿਟੀ ਇੱਥੇ ਰਹਿਣਾ, ਲੋਕਲ ਮਿਲਣਾ ਵਰਤਣਾ ਹੈਗਾ। ਫਿਰ ਮੁੜ ਕੇ ਜਿਲੇ ਤੁਸੀਂ ਇੰਨੀ ਗੰਦੀ ਲੈਂਗੁਏਜ ਵਰਤਦੇ ਆ ਤੇ ਫਿਰ ਕਿਸ ਤਰ੍ਹਾਂ ਤੁਸੀਂ ਦੁਬਾਰਾ ਕੀ ਮਿਲੂਗੇ, ਹਨਾ। ਹਰ ਇੱਕ ਦੇ ਫੰਕਸ਼ਨ ਤੇ ਹੁੰਦੇ ਆ ਆਪਾਂ, ਗੁਰਦੁਆਰਾ ਸਾਹਿਬ, ਵਿਆਹ ਤੇ, ਮਰਗ ਤੇ, ਹਰ ਇੱਕ ਤੇ। ਸੋ ਪਲੀਜ਼ ਇਦਾਂ ਦੀ ਭਾਸ਼ਾ ਨਾ ਵਰਤੋ। ਠੀਕ ਆ, ਸਪੋਰਟ ਕਰੋ ਆਪਣੇ ਕੈਂਡੀਡੇਟ ਨੂੰ, ਪਰ ਉਹਦੇ ਪੁਆਇੰਟ ਜ਼ਰੂਰ ਕਰੋ। ਹਾਂ ਵੀ ਮੈਂ ਭਾਈ ਇਸ ਕਰਕੇ ਸਪੋਰਟ ਕਰਦਾ, ਮੈਂ ਪ੍ਰੋ ਬਿਜ਼ਨਸ ਆ, ਮੈਂ ਇਸ ਕੈਂਡੀਡੇਟ ਨੂੰ ਕਰਦਾ। ਦੂਸਰਾ ਕਹੇ ਵੀ ਨਹੀਂ ਜੀ, ਮੈਂ ਮੇਰੀ ਜੌਬ ਨੂੰ ਖਤਰਾ ਹੈ, ਮੈਂ ਇਸ ਕੈਂਡੀਡੇਟ ਨੂੰ ਸਪੋਰਟ ਕਰਦਾ। ਸੋ ਇਹ ਚੀਜ਼ ਜ਼ਰੂਰ ਇਹ ਧਿਆਨ 'ਚ ਰੱਖੋ। ਜੀ, ਕਾਮਨ ਡੀਸੈਂਸੀ ਜਿਹੜੀ ਆ ਉਹ ਆਪਾਂ ਨੂੰ ਜਿਹੜੀ ਉਹ ਚਾਹੀਦੀ ਆ। ਨਹੀਂ ਤਾਂ ਜਿਹੜਾ ਕਾਂਗਰਸੀ ਅਕਾਲੀਆਂ ਵਾਲਾ ਕਲਚਰ ਆ ਉਹ ਆਪਾਂ ਜੇ ਇੱਥੇ ਰਿਪਬਲਿਕਨ ਡੈਮੋਕ੍ਰੇਟ ਦੇ ਵਿੱਚ ਜੇ ਉਸ ਨੂੰ ਬਦਲ ਦਿੱਤਾ ਤੇ ਇੱਕ ਦੂਜੇ ਦੇ ਨਾਲੋਂ ਤਾਂ ਬੋਲਣੋਂ ਵੀ ਜਾਵਾਂਗੇ ਤੇ ਜਿਹੜੀਆਂ ਦੁਸ਼ਮਣੀਆਂ ਪਾਲ ਕੇ ਜਿਹੜਾ ਉਹ ਬੈਠਾਂਗੇ, ਇਹ ਕੋਈ ਚੰਗੀ ਗੱਲ ਨਹੀਂ ਹੈ। ਇੱਕ ਦੂਜੇ ਦੀਆਂ ਗੱਲਾਂ ਸੁਣੋ, ਉਸ ਨੂੰ ਕਾਊਂਟਰ ਪੁਆਇੰਟ ਜਿਹੜਾ ਕਰੋ। ਪਰਸਨਲ ਨਹੀਂ ਹੋਣਾ ਚਾਹੀਦਾ, ਨਿੱਜੀ ਹਮਲੇ ਜਿਹੜੇ ਆ ਉਹ ਨਹੀਂ ਕਰਨੇ ਚਾਹੀਦੇ। ਪਰ ਗੱਲ ਇਹ ਆ ਨਾ ਵੀ ਦੇਖਣ ਨੂੰ ਆਪਾਂ ਨੂੰ ਲੀਡਰਾਂ ਤੋਂ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਤੇ ਫਿਰ ਗਾਂਹ ਜਿਹੜੇ ਸਪੋਰਟਰ ਆ ਉਹ ਵੀ ਫਿਰ ਤੱਤੇ ਹੋ ਕੇ ਚੱਕ ਲੈਂਦੇ ਨੇ, ਝੰਡਾ ਬਰਦਾਰ ਜਿਹੜੇ ਹੋਏ ਹੁੰਦੇ ਨੇ, ਫਿਰ ਉਹ ਵੀ ਦੇਖਦੇ ਨਹੀਂ ਆ ਵੀ ਆਪਾਂ ਕੀ ਕਹਿਣਾ ਤੇ ਕਿਵੇਂ ਜਿਹੜਾ ਉਹ ਕਰਨਾ ਆ। ਸੋ ਸ਼ੁਰੂਆਤ ਤਾਂ ਉੱਤੋਂ ਲੀਡਰਾਂ ਤੋਂ ਹੁੰਦੀ ਆ, ਪਰ ਇਹ ਆ ਵੀ ਇੱਕ ਆਪਣੇ ਆਪ ਨੂੰ ਕਾਮਨ ਸੈਂਸ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਵਰਤਣ ਦੀ ਜ਼ਰੂਰਤ ਹੈਗੀ ਆ। ਤੁਸੀਂ ਕਿਸੇ ਦੇ ਹੱਕ 'ਚ ਹੋ, ਕਿਸੇ ਦੇ ਅਗੇਂਸਟ ਹੋ, ਦੈਟਸ ਫਾਈਨ। ਤੁਹਾਡੇ ਪਰਸਨਲ ਵਿਊਜ਼ ਨੇ, ਤੁਹਾਡੇ ਪਰਸਨਲ ਪੋਲੀਟੀਕਲ ਵਿਊਜ਼ ਨੇ, ਉਸ ਨੂੰ ਜਿਹੜਾ ਜ਼ਰੂਰ ਤੁਸੀਂ ਇੱਕ ਦੂਜੇ ਦੇ ਨਾਲ ਜਿਹੜਾ ਉਹ ਸ਼ੇਅਰ ਕਰ ਸਕਦੇ ਆ। ਪਰ ਤੱਤੇ ਹੋਣ ਦੀ, ਗਰਮ ਹੋਣ ਦੀ, ਇੱਕ ਦੂਜੇ ਦੇ ਨਾਲ ਗਾਲੀ ਗਲੋਚ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ। ਇਸ ਦਾ ਕੋਈ ਇਨ ਦੀ ਐਂਡ ਲੌਂਗ ਰਨ ਆਪਣੀ ਕਮਿਊਨਿਟੀ ਨੂੰ ਜਿਹੜਾ ਕਿਸੇ ਵੀ ਤਰੀਕੇ ਦਾ ਫਾਇਦਾ ਨਹੀਂ ਆ। ਐਜ਼ ਏ ਕਮਿਊਨਿਟੀ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਦੇਖੋ, ਦੋਨੋਂ ਪਾਸੇ ਹੱਥ ਰੱਖਣਾ ਚਾਹੀਦਾ। ਡੈਮੋਕ੍ਰੇਟਾਂ 'ਚ ਵੀ ਚਾਹੀਦੇ ਆ, ਰਿਪਬਲਿਕਨਾਂ 'ਚ ਵੀ ਚਾਹੀਦੇ ਆਪਣੇ ਬੰਦੇ, ਕਿਉਂਕਿ ਸਰਕਾਰਾਂ ਤਾਂ ਬਦਲਦੀਆਂ ਰਹਿਣੀਆਂ ਆ। ਕੰਮ ਅਕਸਰ ਆਪਾਂ ਆਪਣੀ ਕਮਿਊਨਿਟੀ ਦੇ ਭਾਈਚਾਰੇ ਦੇ ਜਿਹੜੇ ਉਹ ਸਾਰੇ ਹੀ ਕਰਾਉਣੇ ਆ। ਸਮੱਸਿਆਵਾਂ ਚਾਹੇ ਉਹ ਰਿਪਬਲਿਕਨਾਂ ਦਾ ਚਾਹੇ ਉਹ ਡੈਮੋਕ੍ਰੇਟ ਆ, ਉਹਨਾਂ ਦੀਆਂ ਸਾਂਝੀਆਂ ਹੀ ਆ, ਜਿਹੜੀਆਂ ਕਈ ਵਾਰੀ ਬੋਲੀ ਨੂੰ ਲੈ ਕੇ, ਭਾਸ਼ਾ ਨੂੰ ਲੈ ਕੇ ਹੁੰਦੀਆਂ ਆ, ਚਾਹੇ ਧਰਮ ਦੇ ਆਧਾਰ 'ਤੇ ਲੈ ਕੇ ਜਿਹੜੀਆਂ ਹੁੰਦੀਆਂ ਆ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਕੱਲੀ ਇੱਕ ਪਾਰਟੀ ਆ ਜਿਹੜੀ ਧਰਮ ਨੂੰ ਲੈ ਕੇ ਜਿਹੜੀ ਤੁਹਾਨੂੰ ਠੀਕ ਕਰ ਸਕਦੀ। ਇੱਦਾਂ ਨਹੀਂ ਹੈ, ਇਹ ਤਾਂ ਸੰਵਿਧਾਨ ਦੇ ਵਿੱਚ ਲਿਖਿਆ ਆ, ਫਰੀਡਮ ਆਫ ਰਿਲੀਜਨ। ਜਿਹੜੀ ਮਰਜ਼ੀ ਪਾਰਟੀ ਆ ਜੇ ਉਸ ਨੂੰ ਮੰਨਣਾ ਹੀ ਪੈਣਾ, ਡਜ਼ ਨਾਟ ਮੈਟਰ। ਉਹ ਕੋਈ ਮੈਟਰ ਨਹੀਂ ਕਰਦਾ। ਹਾਂ, ਤੁਹਾਨੂੰ ਕਈਆਂ ਨੂੰ ਜਿਹੜਾ ਲੱਗਦਾ ਹੋ ਸਕਦਾ ਵੀ ਨਹੀਂ ਸਿਰਫ ਉਹੀ ਜਣੇ ਜਿਹੜੇ ਆ ਆਪਾਂ ਨੂੰ ਇਸ ਚੀਜ਼ ਦੇ ਵਿੱਚ ਰੱਖ ਸਕਦੇ ਆ, ਪਰ ਜਿਹੜੀ ਚੀਜ਼ ਸੰਵਿਧਾਨ ਦੇ ਵਿੱਚ ਲਿਖੀ ਆ ਉਸ ਤੋਂ ਉਲਟ ਨਹੀਂ ਜਾ ਸਕਦੇ, ਕਿਉਂਕਿ ਇਸੇ ਲਈ ਤਾਂ ਜੁਡੀਸ਼ਰੀ ਜਿਹੜੀ ਫਿਰ ਬੈਠੀ ਆ ਵੀ ਜੇ ਸਰਕਾਰ ਕੁਛ ਤੁਹਾਨੂੰ ਉਰਾਂ ਪਰਾਂ ਕਰਦੀ ਆ ਵੀ ਉਹ ਜੁਡੀਸ਼ਰੀ ਨੇ ਮੇਕ ਸ਼ੋਰ ਕਰਨਾ ਵੀ ਸੰਵਿਧਾਨ ਦੇ ਮੁਤਾਬਕ ਸਾਰਾ ਕੁਛ ਜਿਹੜਾ ਉਹ ਠੀਕ ਆ, ਉਹ ਚੱਲ ਰਿਹਾ ਹੋਵੇ, ਵੀ ਕਿਤੇ ਓਵਰ ਰੀਚਿੰਗ ਤਾਂ ਨਹੀਂ ਜਿਹੜੀ ਕੋਈ ਵੀ ਸਰਕਾਰ ਜਿਹੜੀ ਉਹ ਕਰ ਰਹੀ ਹੁੰਦੀ। ਸੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪੋ ਆਪਣੇ ਨਿੱਜੀ ਜਿਹੜੇ ਹਮਲੇ ਆ ਉਹ ਇੱਕ ਦੂਜੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਉਹ ਬੰਦ ਕਰਨੇ ਚਾਹੀਦੇ ਆ। ਆਪੋ ਆਪਣੇ ਪੁਆਇੰਟ ਜਿਹੜੇ ਆ ਤੁਸੀਂ ਜ਼ਰੂਰ ਰੱਖੋ। ਇਹ ਦੋਨੋਂ ਹੀ ਪਾਸਿਓਂ ਜਿਹੜੀ ਉਹ ਤਾੜੀ ਵੱਜਦੀ ਹੈ, ਇੱਕ ਹੱਥ ਦੇ ਨਾਲ ਤਾੜੀ ਨਹੀਂ ਵੱਜਦੀ। ਇਹਦੇ ਵਿੱਚ ਇਹ ਨਹੀਂ ਵੀ ਤੁਸੀਂ ਸਿਰਫ ਇੱਕੋ ਪਾਰਟੀ ਦੇ ਬੰਦਿਆਂ ਨੂੰ ਦੋਸ਼ ਦੇ ਸਕਦੇ ਆ। ਦੋਨੋਂ ਹੀ ਪਾਸੋਂ ਜਿਹੜਾ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਹੁੰਦਾ ਆ। ਸੋ ਸੰਜਮ ਦੇ ਨਾਲ, ਠੰਡੇ ਦਿਮਾਗ ਦੇ ਨਾਲ ਜਿਹੜਾ ਆ ਉਹ ਇੱਕ ਦੂਜੇ ਦੇ ਨਾਲ ਤੁਸੀਂ ਮਿਲਦੇ ਰਹੀਏ। ਇਹ ਜਿਹੜੇ ਆ ਕੰਮ ਜਿਹੜਾ ਬਹੁਤ ਮੁਸ਼ਕਿਲ ਆ। ਕਈ ਕਹਿੰਦੇ ਨੇ ਵੀ ਦੇ ਕੈਨ ਰਿਪੀਲ ਦਾ ਅਮੈਂਡਮੈਂਟਸ, ਅਜੇ ਤੱਕ ਤਾਂ ਨਾ ਹਾਊਸ ਦੇ ਵਿੱਚ ਤੇ ਨਾ ਸੈਨੇਟ ਦੇ ਵਿੱਚ ਕਿਸੇ ਪਾਰਟੀ ਦੀ ਇੰਨੀ 2/3 ਮੈਜੋਰਟੀ ਅਜੇ ਤੱਕ ਆਈ ਨਹੀਂ ਆ, ਅਤੇ ਆਉਣ ਦੇ ਅਸਾਰ ਵੀ ਘੱਟ ਆ, ਜਿਹਦੇ ਕਰਕੇ ਅਮੈਂਡਮੈਂਟਸ ਜਿਹੜੀਆਂ ਆ ਉਹ ਰਿਪੀਲ ਜਿਹੜੀਆਂ ਹੋ ਜਾਣ। ਉਹ ਸਿੰਪਲ ਮੈਜੋਰਟੀ ਦੇ ਨਾਲ ਅਮੈਂਡਮੈਂਟਸ ਰਿਪੀਲ ਕਰਨੀਆਂ ਜਿਹੜੀਆਂ ਉਹ ਨਾਮੁਮਕਿਨ ਹੁੰਦੀਆਂ ਆ। ਅਤੇ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਜਿਹੜਾ ਉਹ ਬਣਦਾ ਵੀ ਕਿਸ ਤਰੀਕੇ ਦੇ ਨਾਲ। ਤਾਂ ਹੀ ਜਦੋਂ ਡੈਮੋਕ੍ਰੇਟ ਸੀਗੇ ਉਹ ਆਪਣੇ ਐਗਜ਼ੀਕਿਊਟਿਵ ਆਰਡਰਾਂ ਨਾਲ ਕੰਮ ਚਲਾਈ ਜਾਂਦੇ ਸੀ, ਅਤੇ ਹੁਣ ਜਦੋਂ ਰਿਪਬਲਿਕਨ ਸੀਗੇ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਨਾਲ ਚਲਾਇਆ ਆ। ਆਪਾਂ ਵੀ ਦੇਖਿਆ ਪਹਿਲੇ 2 ਸਾਲਾਂ 'ਚ ਰਾਸ਼ਟਰਪਤੀ ਟਰੰਪ ਦੇ ਨਾਲ ਹਾਊਸ ਦੇ ਵਿੱਚ ਵੀ ਅਤੇ ਸੈਨੇਟ ਦੇ ਵਿੱਚ ਦੋਨਾਂ 'ਚ ਮੈਜੋਰਟੀ ਸੀਗੀ ਰਿਪਬਲਿਕਨ ਦੀ, ਪਰ ਉਹ ਫਿਰ ਵੀ ਜਿਹੜੇ ਆ ਕੁਛ ਚੀਜ਼ਾਂ ਆ ਉਹ ਰਿਪੀਲ ਨਹੀਂ ਕਰ ਸਕੇ, ਕਿਉਂਕਿ ਉਹਨਾਂ ਦੇ ਕੋਲ ਐਬਸੋਲੂਟ ਮੈਜੋਰਟੀ ਜਿਹੜੀ ਆ ਉਹ ਨਹੀਂ ਸੀਗੀ। ਸੋ ਇਹ ਕਈ ਵਾਰੀ ਨਾ ਨਜਾਇਜ਼ ਦਾ ਡਰ ਜਿਹੜਾ ਆ ਉਹ ਫੈਲਾ ਦਿੱਤਾ ਜਾਂਦਾ ਵੀ ਨਹੀਂ ਜੀ ਇਹਨਾਂ ਨੇ ਇੱਦਾਂ ਕਰ ਦੇਣਾ, ਇਹਨਾਂ ਨੇ ਉੱਦਾਂ ਕਰ ਦੇਣਾ। ਸੋ ਇੰਨਾ ਨਹੀਂ ਜਿਹੜਾ ਉਹ ਡਰਨ ਦੀ ਜਿਹੜੀ ਉਹ ਕਈ ਦੀ ਜ਼ਰੂਰਤ ਹੁੰਦੀ। ਜਿੰਨੀ ਦੇਰ ਤੱਕ ਕਿਸੇ ਵੀ ਪਾਰਟੀ ਦੇ ਕੋਲ ਐਬਸੋਲੂਟ ਮੈਜੋਰਟੀ ਨਹੀਂ ਹੈਗੀ, ਉਨੀ ਦੇਰ ਤੱਕ ਉਹ ਆਪਣੀਆਂ ਇੰਨੀਆਂ ਜ਼ਿਆਦਾ ਮਨਮਰਜ਼ੀਆਂ ਜਿਹੜੀਆਂ ਉਹ ਨਹੀਂ ਕਰ ਸਕਦੀਆਂ। ਸੋ ਇਸੇ ਲਈ ਓਪੋਜੀਸ਼ਨ ਵੀ ਨਾਲ ਦੇ ਨਾਲ ਜਿਹੜੀ ਉਹ ਜ਼ਰੂਰੀ ਚਾਹੀਦੀ ਹੁੰਦੀ ਆ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਆਪਣੇ ਸਾਰੇ ਪੰਜਾਬੀਆਂ ਤੁਹਾਨੂੰ ਪਤਾ ਵੀ ਸਾਰੇ ਆਪਾਂ, ਕੋਈ ਕਾਂਗਰਸੀ ਵੀ ਹੈਗਾ, ਅਕਾਲੀ ਵੀ ਆ, ਖਾਲਿਸਤਾਨੀ ਵੀ ਆ, ਕਮਿਊਨਿਸਟ ਵੀ ਆ, ਸਾਰੇ। ਪਰ ਆਪਾਂ ਇਹ ਥੋੜ੍ਹਾ ਵੀ ਰਿਸ਼ਤੇਦਾਰੀ ਤੋੜ ਦਿੰਦੇ ਆ। ਮੈਨੂੰ ਵੀ 31 ਸਾਲ ਹੋ ਗਿਆ ਰਹਿੰਦੇ ਨੂੰ, ਪਰ ਪਹਿਲੀ ਵਾਰੀ ਦੇਖਿਆ ਵੀ ਇੰਨਾ ਜਿਹੜਾ ਮਾਹੌਲ ਆ ਇਲੈਕਸ਼ਨ ਨੂੰ ਲੈ ਕੇ ਗਰਮਾਇਆ ਹੋਇਆ ਆ। ਕੁਝ ਸਾਲਾਂ ਦੀ ਗੱਲ ਦੱਸਦੇ ਰਾਜ ਕਰਨਵੀਰ ਸਿੰਘ ਜੀ ਵੀ ਗਵਰਨਰ ਗ੍ਰੇ ਡੇਵਿਸ ਸੀ ਅਤੇ ਉਹਨਾਂ ਨੂੰ ਰੀਕਾਲ ਕੀਤਾ ਗਿਆ
ਕੈਲੀਫੋਰਨੀਆ ਦੇ ਗਵਰਨਰ। ਦੇਖੋ ਇਸ ਮੁਲਕ 'ਚ ਤੁਸੀਂ ਰੀਕਾਲ ਵੀ ਕਰ ਸਕਦੇ ਆ, ਤੇ ਆਪਣੇ ਬੰਦੇ ਉੱਥੇ ਗਏ ਸੀ ਉਹਦੀ ਸਪੋਰਟ ਤੇ। ਉਹ ਤੋਂ ਬਾਅਦ ਸੇਮ ਹੀ ਸੈਨੋਜ਼ੇ ਦੀ ਗੱਲ ਦੱਸਦਾ, ਉੱਥੇ ਆਰਨੋਲਡ ਜਿਹੜਾ ਸੀ ਰਿਪਬਲਿਕਨ ਕੈਂਡੀਡੇਟ ਗਵਰਨਰ ਦੇ ਲਈ, ਫਿਰ ਉਹ ਅੱਧੇ ਬੰਦੇ ਉਹੀ ਉੱਥੇ ਗਏ ਹੋ ਸੀ, ਹਨਾ। ਤੇ ਕਿਉਂਕਿ ਸਾਰੇ ਇੱਕ ਦੂਜੇ 'ਚ ਜਾਣ ਪਛਾਣ ਵਾਲੇ ਹੁੰਦੇ ਆ। ਸੋ ਗ੍ਰੇ ਡੇਵਿਸ ਉਹਦਾ ਰੀਕਾਲ ਹੋ ਗਿਆ ਸੀ ਤੇ ਆਰਨੋਲਡ ਗਵਰਨਰ ਬਣ ਗਿਆ ਸੀ। ਸੋ ਇਦਾਂ ਨਾ ਕਰੋ, ਆਪਣਾ ਭਾਈਚਾਰਾ ਨਾ ਖਰਾਬ ਕਰੋ। ਇਹ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਸਾਡਾ ਮੇਨ ਮਕਸਦ ਯੂਨਾਈਟਿੰਗ ਪੰਜਾਬੀਜ਼ ਆਲ ਓਵਰ ਆ। ਆਪਾਂ ਤਾਂ ਸਾਰੇ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਕੱਠੇ ਕਰਨਾ ਆ, ਚਾਹੇ ਉਹ ਪਾਕਿਸਤਾਨ ਦੇ ਆ, ਯੂਰਪ ਕਿਤੇ ਦੇ ਵੀ ਹੈਗੇ ਆ, ਹਨਾ। ਪਰ ਆਪਾਂ ਛੋਟੀ ਜਿਹੀ ਕਮਿਊਨਿਟੀ ਇੱਥੇ, ਤੇ ਨਾਲੇ ਕਈ ਸਟੇਟਾਂ ਦਾ ਮੈਟਰ ਹੀ ਨਹੀਂ ਕਰਦੀਆਂ ਹੈਗੀਆਂ। ਕੈਲੀਫੋਰਨੀਆ 'ਚ ਤੁਸੀਂ ਰਿਪਬਲਿਕਨ ਆ ਡੈਮੋਕ੍ਰੇਟ ਮੈਟਰ ਨਹੀਂ ਕਰਨਾ ਹੈਗਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ, ਕਿਉਂਕਿ ਆਲਰੇਡੀ ਡਿਸਾਈਡਡ ਹੈ ਵੀ ਇਹ ਡੈਮੋਕ੍ਰੇਟਿਕ ਸਟੇਟ ਆ। ਨਿਊਯਾਰਕ ਆਲਰੇਡੀ ਡਿਸਾਈਡਡ ਆ ਡੈਮੋਕ੍ਰੇਟਿਕ, ਪਰ ਬਹੁਤ ਸਾਰੇ ਇਸ਼ੂਜ਼ ਆ, ਪ੍ਰੋਪੋਜੀਸ਼ਨਸ ਆ, ਲੋਕਲ ਆ, ਸਕੂਲ ਦੀਆਂ, ਹੋਰ ਲੋਕਲ ਕੈਂਡੀਡੇਟ, ਸਿਟੀ ਕੌਂਸਲ, ਅਸੈਂਬਲੀ, ਸਕੂਲ ਬੋਰਡ ਦੇ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਹੈਗੇ, ਸੁਪਰਵਾਈਜ਼ਰ, ਉਹਨਾਂ ਦੇ ਉੱਤੇ ਜ਼ਰੂਰ ਫੋਕਸ ਰੱਖਣਾ ਚਾਹੀਦਾ ਹੈਗਾ। ਸੋ ਪਲੀਜ਼ ਸਾਡੀ ਤਾਂ ਦੋਨਾਂ ਵੱਲੋਂ ਇਹ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਸੋਸ਼ਲ ਮੀਡੀਆ ਦੇ ਉੱਤੇ ਇੱਦਾਂ ਦੇ ਕੋਈ ਗਲਤ ਸ਼ਬਦਾਵਲੀ ਨਾ ਇੱਕ ਦੂਜੇ ਦੇ ਉਲਟ ਵਰਤੋ। ਆਪਾਂ ਸਾਰਿਆਂ ਨੇ ਇੱਕ ਦੂਜੇ ਨੂੰ ਮਿਲਣਾ ਵਰਤਣਾ ਹੀ ਹੈਗਾ। ਬਾਅਦ ਦੇ ਵਿੱਚ ਫਿਰ ਇਹ ਨਾ ਹੋਵੇ ਵੀ ਆਪਾਂ ਫਿਰ ਹੱਥ ਮਿਲਾਉਣ ਤੋਂ ਵੀ ਜਿਹੜਾ ਆ ਹਿਚਕਾਈਏ ਜਾਂ। ਜੀ, ਇੱਥੇ ਆਪਾਂ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਦੁਬਾਰਾ ਜਿਹੜੇ ਆ ਉਹ ਖਬਰਾਂ ਦਾ ਸਿਲਸਿਲਾ ਇਸ ਨੂੰ ਇੱਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ। KCVR Stockton Modesto 1570 AM। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨੌਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ, 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ कैपिटान Suite 103 Fresno or visit fresnoimmigration.com। ਸੈਂਟਰਲ ਯੂਨੀਫਾਈਡ ਟਰਸਟੀ ਏਰੀਆ 6 ਦੇ ਲਈ ਸੈਂਟਰਾ ਫਲੋਰਸ ਇਲੈਕਸ਼ਨ ਲੜ ਰਹੀ ਹੈ। ਫ੍ਰੈਜ਼ਨੋ ਦੀ ਜੰਪਲ, ਜਿਨ੍ਹਾਂ ਦੀਆਂ 4 ਪੁਸ਼ਤਾਂ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪਲੀਆਂ ਹਨ, ਕਹਿੰਦੀ ਹੈ ਕਿ ਸੈਂਟਰਲ ਯੂਨੀਫਾਈਡ ਦੇ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਬਰਾਬਰਤਾ ਲਿਆਉਣ ਦੇ ਲਈ ਇਹ ਇਲੈਕਸ਼ਨ ਲੜ ਰਹੀ ਹੈ। ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਬਣ ਕੇ ਸੈਂਟਰਲ ਯੂਨੀਫਾਈਡ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੀ ਹੈ। ਅੰਗਰੇਜ਼ੀ ਸਿੱਖ ਰਹੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਪੋਰਟ ਕਰਨ ਉੱਤੇ ਫੋਕਸ ਕਰਨਗੇ। ਵਿਦਿਆਰਥੀ ਜੋ ਕਿ ਮਾਪੇ ਵੀ ਹਨ, ਉਹਨਾਂ ਨੂੰ ਵਾਧੂ
ਸਪੋਰਟ ਦੇਣ ਦੇ ਲਈ ਐਡਮਿਨਿਸਟ੍ਰੇਸ਼ਨ, ਟੀਚਰ ਅਤੇ ਪਰਿਵਾਰਾਂ ਨੂੰ ਘਰ ਅਤੇ ਸਕੂਲ ਦੇ ਵਿੱਚ ਵਧੀਆ ਸਿੱਖਿਆ ਪ੍ਰਾਪਤ ਕਰਨ ਦੇ ਲਈ ਕਦਮ ਚੁੱਕਣਗੇ। ਸੈਂਟਰ ਯੂਨੀਫਾਈਡ ਦੇ ਵਿਦਿਆਰਥੀਆਂ ਦੇ ਵਿੱਚੋਂ ਆਉਣ ਵਾਲੇ ਲੀਡਰਸ ਬਣਾਉਣ ਦੇ ਲਈ, ਸਕੂਲ ਤੋਂ ਬਾਅਦ ਕਾਲਜ ਦੇ ਲਈ ਵਧੀਆ ਤਿਆਰੀ ਕਰਾਉਣ ਦੇ ਲਈ, ਇਸ ਦੇ ਲਈ ਉਹ ਅਣਥੱਕ ਮਿਹਨਤ ਕਰਨਗੇ। ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਸੈਂਟਰ ਯੂਨੀਫਾਈਡ ਟਰਸਟੀ ਏਰੀਆ 6 ਦੇ ਲਈ ਸੈਂਡਰਾ ਫਲੋਰਸ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। This ad is paid for by Sandra Floors for Center Unified Trustee Area 6. ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ, ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ, ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲਿਆਂ ਨਾਲ, ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559 709 3800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲੇ, ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਕੋਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਹਨਾਂ ਵਿੱਚ ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਨਾਨਾ-ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ, ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਪਰ ਤੁਸੀਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, AID Sacramento 1470 AM, KCVR Lodi 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਬੋਇੰਗ ਦੇ CEO ਆ ਉਹਨਾਂ ਨੇ ਇਹ ਕਿਹਾ ਵੀ ਹੁਣ ਬਹੁਤ ਉਹ ਲਾਗੇ ਹੈਗੇ ਜਿਹੜਾ 737 ਮੈਕਸ ਫਲਾਈਟ, ਜਿਹੜੇ ਮੈਕਸ ਦੇ ਜਿਹੜੇ ਪਲੇਨ ਆ ਉਹਨਾਂ ਨੂੰ ਜਿਹੜੀ ਗਲਤੀ ਸੀਗੀ ਉਹਨਾਂ ਦੇ ਵਿੱਚ ਫਾਲਟ ਸੀ ਉਸ ਨੂੰ ਠੀਕ ਕਰਨ ਦੇ ਲਈ। ਸੋ ਕਹਿੰਦੇ ਵੀ ਜਿਹੜਾ ਉਹਨਾਂ ਦੇ ਉੱਤੇ ਬੈਨ ਲਾਇਆ ਸੀ ਬਹੁਤ ਜਲਦੀ ਹੀ ਚੁੱਕਿਆ ਜਾਊਗਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਮਾਰਚ 2019 ਦੇ ਵਿੱਚ 2 ਬੁਰੀ ਤਰ੍ਹਾਂ ਫੀਟਲ ਕ੍ਰੈਸ਼ ਹੋਏ ਸੀਗੇ ਬੋਇੰਗ ਦੇ ਜਿਹੜੇ ਏਅਰਕ੍ਰਾਫਟ ਹੈਗੇ ਆ 737 ਮੈਕਸ, ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਗਰਾਊਂਡ ਕਰ ਦਿੱਤਾ ਗਿਆ ਸੀ। ਤੇ ਬੋਇੰਗ ਦਾ ਜਿਹੜਾ ਆ ਫਾਈਨੈਂਸ਼ੀਅਲੀ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਸੋ ਉਹਨਾਂ ਦੇ ਆਰਡਰ ਜਿਹੜੇ ਆ ਕੈਂਸਲ ਹੋ ਗਏ ਸੀ, ਪਰ ਹੁਣ ਉਹ ਪਿਛਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਵਰਕਆਊਟ ਕਰ ਰਹੇ ਸੀ। ਤੇ ਅੱਜ ਬੋਇੰਗ ਦੇ CEO ਦੀ ਸਟੇਟਮੈਂਟ ਆਈ ਆ ਕਹੂਣ ਦੀ ਵੀ ਅਸੀਂ ਬਹੁਤ ਜਲਦੀ ਜਿਹੜਾ ਆ ਸਾਨੂੰ ਅਪਰੂਵਲ ਮਿਲ ਜਾਏਗਾ ਦੁਬਾਰਾ ਕਿ ਫਿਰ ਜਿਹੜੇ ਉਹਨਾਂ ਦੇ 737 ਆ ਉਹ ਜਿਹੜੀਆਂ ਬਾਕੀ ਮੁਲਕਾਂ ਜਾਂ ਜਿਹੜੀਆਂ 에ਅਰਲਾਈਨਸ ਆ ਉਹ ਖਰੀਦ ਸਕਣਗੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਰੀਸੈਂਟ ਜਿਹੜੀਆਂ ਅਪਡੇਟਸ USPS ਨੂੰ ਲੈ ਕੇ ਜਿਹੜੀਆਂ ਆ ਰਹੀਆਂ ਆ, ਕਹਿੰਦੇ ਵੀ ਖਾਸ ਕਰਕੇ ਸਵਿੰਗ ਸਟੇਟਸ ਦੇ ਵਿੱਚ ਇਹਨਾਂ ਦੇ ਜਿਹੜੇ ਡਿਲੀਵਰੀ ਰੇਟਸ ਆ ਬਹੁਤ ਪੂਅਰ ਜਿਹੜੇ ਇਸ ਟਾਈਮ ਦੱਸੇ ਜਾ ਰਹੇ ਨੇ। ਆਪਾਂ ਕੱਲ੍ਹ ਵੀ ਜਿੱਦਾਂ ਦੱਸਿਆ ਸੀ ਵਿਸਕੌਨਸਨ ਦੇ ਵਿੱਚ ਅਜੇ ਕਾਫੀ ਲੋਕ ਉਹਨਾਂ ਦੇ ਬੈਲਟ ਘਰਾਂ 'ਚ ਪਏ ਆ, ਉਹਨਾਂ ਨੇ ਮੇਲ ਆਊਟ ਨਹੀਂ ਕੀਤੇ। ਅਤੇ ਇੱਦਾਂ ਮਹਿਸੂਸ ਹੋ ਰਿਹਾ ਵੀ ਜੇ ਉਹ ਹੁਣ ਮੇਲ ਆਊਟ ਕਰਨਗੇ ਤਾਂ ਸਮੇਂ ਸਿਰ ਜਿਹੜੇ ਉਹ ਪਹੁੰਚ ਨਹੀਂ ਸਕਦੇ, ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਆ ਵੀ ਜਿਹੜਾ ਵੀ ਹੁਣ
3 ਤਰੀਕ ਤੋਂ ਬਾਅਦ ਦੇ ਵਿੱਚ ਆਊਗਾ ਉਸ ਦੀ ਕਾਊਂਟਿੰਗ ਜਿਹੜੀ ਉਹ ਨਹੀਂ ਕੀਤੀ ਜਾਊਗੀ। ਇਸ ਤੋਂ ਪਹਿਲਾਂ ਉੱਥੇ ਇੱਦਾਂ ਦਾ ਰੂਲ ਬਣਾਇਆ ਗਿਆ ਸੀਗਾ ਵੀ ਕੁਛ ਦਿਨ ਤੱਕ ਜੇ ਉਸ ਦੇ ਵਿੱਚ ਜਿਹੜੇ ਪੋਸਟ ਮਾਰਕਡ 3 ਨਵੰਬਰ ਤੋਂ ਪਹਿਲਾਂ ਦੇ ਆ ਜਾਂ 3 ਨਵੰਬਰ ਦੇ ਆ ਉਹਨਾਂ ਨੂੰ ਗਿਣਿਆ ਜਾ ਸਕਦਾ ਹੈ, ਪਰ ਹੁਣ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਾਂਟਾ ਜਿਹੜਾ ਉਹ ਮਾਰ ਦਿੱਤਾ ਗਿਆ। ਸੋ ਉਸ ਕਰਕੇ ਹੁਣ ਲੋਕ ਟਰਾਈ ਇਹ ਕਰ ਰਹੇ ਆ, ਦੋਨੋਂ ਹੀ ਪਾਸੇ ਦੇ ਜਿਹੜੇ ਗਰੁੱਪਸ ਆ ਟਰਾਈ ਕਰ ਰਹੇ ਨੇ ਵੀ ਐਟਲੀਸਟ ਉਹਨਾਂ ਦੇ ਜਿਹੜੇ ਵੋਟਰਸ ਦੀ ਜਿਹੜੇ ਬੈਲਟ ਉਹਨਾਂ ਨੇ ਆਲਰੇਡੀ ਬਣਾ ਦਿੱਤੇ ਆ, ਵਿੱਚ ਕਹਿ ਲਓ ਵੀ ਓਵਲ ਸ਼ੇਪਸ ਨੂੰ ਉਹਨਾਂ ਨੇ ਬਲੈਕ ਜਾਂ ਬਲੂ ਪੈਨ ਦੇ ਨਾਲ ਡਾਰਕ ਕਰ ਦਿੱਤਾ ਆ ਵੀ ਉਹ ਜਿਹੜੇ ਉੱਥੇ ਉਹਨਾਂ ਤੱਕ ਪਹੁੰਚਾਏ ਜਾ ਸਕਣ। ਸੋ ਸਥਿਤੀ ਜਿਹੜੀ ਆ ਇਸ ਵਾਰ USPS ਦੇ ਉੱਤੇ ਗਾਜ ਜਿਹੜੀ ਆ ਉਹ ਡਿੱਗਣੀ ਤਾਂ ਹੀ ਅਤੇ ਉਸ ਦਾ ਵਿਵਾਦ ਜਿਹੜਾ ਉਹ ਤਾਂ ਹੀ ਲਗਾਤਾਰ ਬਣਦਾ ਆਇਆ ਸੀਗਾ। ਅਤੇ ਆਪਾਂ ਜਿਹੜੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਹਰਜੀਤ ਸਿੰਘ ਜਕਾਰਾ ਮੂਵਮੈਂਟ ਤੋਂ ਜਿਹੜੇ ਆ ਉਹ ਵੀ ਜਿਹੜੇ ਉਹ ਜੁੜ ਚੁੱਕੇ ਨੇ ਅਤੇ ਉਹ ਆਪਣੇ ਨਾਲ ਗੱਲਬਾਤ ਜਿਹੜੇ ਉਹ ਕਰਨਗੇ। ਹਰਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੱਸਦੇ ਜਾਈਏ ਹਰਜੀਤ ਸਿੰਘ ਖੁਦ ਇੱਕ ਕੈਂਡੀਡੇਟ ਹੈਗੇ ਨੇ ਯੂਬਾ ਸਿਟੀ ਜਿਹੜੇ ਸਕੂਲ ਬੋਰਡ ਆ ਉਸ ਦੇ ਲਈ ਉੱਥੇ, ਅਤੇ ਨਾਲ ਜਕਾਰਾ ਮੂਵਮੈਂਟ ਦੇ ਨਾਲ ਵੀ ਇਹ ਜਿਹੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ। ਸੋ ਇਲੈਕਸ਼ਨਸ ਦੇ ਬਾਰੇ ਅਖੀਰ ਦੇ ਵਿੱਚ ਜਿਹੜਾ ਕੁਝ ਕਹਿਣਾ ਚਾਹੁੰਦੇ ਨੇ ਜੀ ਹਰਜੀਤ ਸਿੰਘ ਜੀ। ਹਾਂਜੀ ਥੈਂਕ ਯੂ ਸਾਰੀ ਪੂਰੀ ਪੰਜਾਬੀ ਰੇਡੀਓ USA ਟੀਮ ਦਾ। ਅਤੇ ਜੀ ਮੈਂ ਬਸ ਅੱਜ ਬੇਨਤੀ ਕਰਨੀ ਸੀ, ਹੁਣ ਸਾਡੇ ਸਾਰੇ ਘਰਾਂ 'ਤੇ ਬੈਲਟ ਪਹੁੰਚੇ ਨੇ ਅਤੇ ਕਈ ਵਾਰ ਬੈਲਟ ਪਏ ਰਹਿੰਦੇ ਆ ਅਤੇ ਅਸੀਂ ਸੋਚੇ ਚਲੋ ਕੱਲ੍ਹ ਨੂੰ ਪਾ ਦੂੰਗੇ ਜਾਂ ਕੱਲ੍ਹ ਨੂੰ ਕਰ ਦੂੰਗੇ, ਇੱਦਾਂ ਕੱਲ੍ਹ ਨੂੰ ਕਹਿੰਦੇ ਟਾਈਮ ਲੰਘੀ ਜਾਂਦਾ। ਹੁਣ 1 ਹਫ਼ਤੇ ਤੋਂ ਘੱਟ ਟਾਈਮ ਰਹਿ ਗਿਆ ਇਲੈਕਸ਼ਨ ਦਾ। ਅਗਲੇ ਮੰਗਲਵਾਰ ਨਵੰਬਰ 3 ਤਰੀਕ ਆਖਰੀ ਦਿਨ ਆ ਇਲੈਕਸ਼ਨਸ ਦਾ। ਅਤੇ ਜਿਵੇਂ ਤੁਸੀਂ ਦੱਸਦੇ ਆ ਵੀ ਜਿਹੜੇ ਹੁਣ ਬੈਲਟ ਪਾਉਂਦੇ ਆ ਮੇਲ ਦੇ ਵਿੱਚ ਕਈ ਵਾਰ ਪਹੁੰਚਦੇ ਨਹੀਂ ਟਾਈਮ ਨਾਲ, ਬਹੁਤ USPS ਦੀ ਸਰਵਿਸ ਕਾਫੀ ਡਿਲੇਅ ਹੋਈ ਵਾ। ਫਿਰ ਮੈਂ ਇਹੀ ਬੇਨਤੀ ਕਰਨੀ ਵੀ ਜ਼ਰੂਰ ਵੋਟ ਪਾਓ। ਜਿਸ ਡਿਸਟ੍ਰਿਕਟ ਵਿੱਚ ਮੈਂ ਖੜਾ ਹਾਂ ਇੱਥੇ ਯੂਬਾ ਸਿਟੀ ਦੇ ਵਿੱਚ ਸਕੂਲ ਬੋਰਡ ਵਾਸਤੇ, ਇੱਥੇ ਯੂਬਾ ਸਿਟੀ ਵਿੱਚ 35,000 ਵੋਟ ਬਣੇ ਹੋ ਆ ਅਤੇ ਪਰ ਇਸ ਵੇਲੇ ਸਿਰਫ 15,000 ਵੋਟਸ ਆਫਿਸ ਨੂੰ ਜਾ ਚੁੱਕੇ। ਮੈਂ ਕੱਲ੍ਹ ਇਲੈਕਸ਼ਨਸ ਆਫਿਸ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਪੁੱਛਿਆ ਡੇਟਾ ਕੀ ਹੈਗੀ ਆ, ਤਾਂ ਸਿਰਫ 15,000 ਵੋਟਰਸ ਨੇ ਆਪਣੀ ਬੈਲਟ ਵਾਪਸ ਦੇ ਚੁੱਕੀ, 40% ਤੱਕ ਹੋਇਆ। ਤਾਂ ਮਤਲਬ 20,000 ਵੋਟ ਅਜੇ ਤੱਕ ਘਰ ਪਈ ਹੋ ਆ। ਤਾਂ ਤੁਸੀਂ ਜਿਹੜੇ ਵੀ ਸਰੋਤੇ ਸੁਣ ਰਹੇ ਆ ਤੁਸੀਂ ਜ਼ਰੂਰ ਜਾ ਕੇ ਵੋਟ ਪਾਇਓ। ਅਤੇ ਇਹ ਵੀ ਤੁਸੀਂ ਆਪਣੀ ਸਭ ਤੋਂ ਵਧੀਆ ਗੱਲ ਹੈ ਜਿਹੜੀ ਵੋਟ ਬਾਈ ਮੇਲ ਬੈਲਟ ਆ, ਇਹੀ ਭਰ ਕੇ ਤੁਸੀਂ ਮੇਲ ਰਾਹੀਂ ਭੇਜ ਦਿਓ ਕਿਉਂਕਿ ਤੁਹਾਨੂੰ ਕੋਈ ਖਰਚਾ ਨਹੀਂ ਪੈਂਦਾ। ਮੇਲ ਰਾਹੀਂ ਭੇਜਣਾ ਆਲਰੇਡੀ ਉਹਨਾਂ ਨੇ ਪੇ ਕੀਤਾ। ਕਈ ਇਹ ਸੋਚਦੇ ਆ ਵੀ ਚਲੋ ਅਸੀਂ ਜਦੋਂ ਇਲੈਕਸ਼ਨ ਡੇ ਹੁੰਦਾ ਆ ਨਵੰਬਰ 3 ਤਰੀਕ ਟਿਊਜ਼ਡੇ ਅਸੀਂ ਉਦੋਂ ਜਾ ਕੇ ਪਾਵਾਂਗੇ, ਪਰ ਗੱਲ ਇੱਦਾਂ ਆ ਇਸ ਸਾਲ ਜਿਹੜਾ ਕੋਵਿਡ ਕਰਕੇ ਬਹੁਤ ਸਾਰੇ ਇਲੈਕਸ਼ਨ ਜਿਹੜੇ ਪਹਿਲਾਂ ਇਲੈਕਸ਼ਨ ਸੈਂਟਰ ਹੁੰਦੇ ਆ ਉਹ ਬੰਦ ਹੋਣੇ ਆ। ਹੁਣ ਯੂਬਾ ਸਿਟੀ ਵਿੱਚ ਆਮ ਸਾਲ ਦੇ ਵਿੱਚ 20-25 ਵੱਖਰੇ ਇਲੈਕਸ਼ਨ ਦੇ ਲੋਕੇਸ਼ਨ ਹੁੰਦੇ ਆ ਜਿੱਥੇ ਲੋਕੀ ਜਾ ਕੇ ਆਪਣੀ ਵੋਟ ਪਾ ਸਕਦੇ ਆ, ਪਰ ਇਸ ਸਾਲ ਯੂਬਾ ਸਿਟੀ ਦੇ ਵਿੱਚ ਸਿਰਫ 2 ਪੋਲਿੰਗ ਪਲੇਸ ਹੋਣੇ ਆ। ਇਹਦਾ ਮਤਲਬ ਹੈ ਜਦ ਤੁਸੀਂ ਜਾਂਦੇ ਆ ਕਿਉਂਕਿ ਸਿਰਫ 2 ਜਗ੍ਹਾ ਹੋਣੀਆਂ ਅਤੇ ਲਾਈਨਸ ਵੀ ਬਹੁਤ ਲੰਬੀਆਂ ਹੋਣੀਆਂ, ਤੁਹਾਨੂੰ ਕਾਫੀ ਚਿਰ ਸਮਾਂ ਵੇਟ ਕਰਨਾ ਪੈਣਾ ਲਾਈਨ ਦੇ ਵਿੱਚ ਵੋਟ ਪਾਉਣ ਵਾਸਤੇ। ਸੋ ਇਸ ਗੱਲ ਨੂੰ ਅਵੋਇਡ ਕਰਨ ਲਈ ਤੁਸੀਂ ਆਪਣੀ ਵੋਟ ਬਾਈ ਮੇਲ ਬੈਲਟ ਪਾ ਦਿਓ। ਉੱਥੇ ਇਲੈਕਸ਼ਨ ਆਫਿਸ ਜਾ ਕੇ ਵੀ ਛੱਡ ਸਕਦੇ ਹਾਂ, ਇੱਦਾਂ ਬਹੁਤ ਸਾਰੇ ਆਪਸ਼ਨਸ ਹੈ ਜੀ। ਅਤੇ ਹਰਜੀਤ ਬੈਲਟ ਡਰੋਪ ਬਾਕਸਿਸ ਵੀ ਲੱਗੇ ਹੋਏ ਨੇ ਯੂਬਾ ਸਿਟੀ 'ਚ? ਜੀ ਇੱਥੇ ਐਕਚੁਅਲੀ ਯੂਬਾ ਸਿਟੀ ਦੇ ਵਿੱਚ ਬੈਲਟ ਡਰੋਪ ਬਾਕਸ ਹੈ ਬਹੁਤ ਘੱਟ ਆ। ਇੱਥੇ ਇੱਕ ਤਾਂ ਸੀਅਰਾ ਕ੍ਰੈਡਿਟ ਯੂਨੀਅਨ ਬੈਂਕ ਹੈਗੀ ਆ ਬੋਗ ਰੋਡ ਯੂਬਾ ਸਿਟੀ ਵਿੱਚ, ਅਤੇ ਇਹੀ ਸਿਰਫ ਲੋਕੇਸ਼ਨ ਹੈ। ਥੋੜ੍ਹੀ ਇੱਕ ਲਾਇਬ੍ਰੇਰੀ ਹੈਗੀ ਯੂਬਾ ਸਿਟੀ ਦੀ ਜਾਂ ਫਾਇਰ ਸਟੇਸ਼ਨ ਹੈਗਾ, ਉੱਥੇ ਡਰੋਪ ਕਰ ਸਕਦੇ। ਸੋ ਸਿਰਫ 2-3 ਲੋਕੇਸ਼ਨ ਆ। ਬੈਸਟ ਤਾਂ ਹੈਗਾ ਜਿਹੜੀ ਸਟਰ ਕਾਊਂਟੀ ਇਲੈਕਸ਼ਨਸ ਆਫਿਸ ਆ ਵੈਟਰਨਸ ਹਾਲ ਦੇ ਲਾਗੇ, ਉੱਥੇ ਇੱਕ ਬੜਾ ਬੈਲਟ ਡਰੋਪ ਬਾਕਸ ਹੈ ਅਤੇ ਉੱਥੇ ਜਾ ਕੇ ਆਪਣੀ ਬੈਲਟ ਛੱਡੋ। ਅਤੇ ਇਹ ਜਦੋਂ ਮਰਜ਼ੀ ਕੋਈ ਵੀ ਟਾਈਮ, ਇਹ ਨਹੀਂ ਵੀ 5 ਵਜੇ ਤੋਂ ਪਹਿਲਾਂ, ਤੁਸੀਂ 8 ਵਜੇ 11 ਵਜੇ ਰਾਤ ਨੂੰ ਜਦੋਂ ਮਰਜ਼ੀ ਜਾ ਕੇ ਛੱਡ ਸਕਦੇ ਆ ਉੱਥੇ ਜੀ।
ਸੋ ਬੈਲਟ ਡ੍ਰੌਪ ਬਾਕਸ ਜਿਹੜਾ ਇਲੈਕਸ਼ਨ ਆਫਿਸ ਜਿਹੜਾ ਵੈਟਰਨਸ ਹਾਲ ਤੁਸੀਂ ਦੱਸਿਆ ਹੈ ਉਸ ਦੇ ਨਾਲ ਜਿਹੜਾ ਉਹ ਹੈਗਾ ਆ, ਸੋ ਉੱਥੇ ਜਾ ਕੇ ਛੱਡ ਸਕਦੇ ਆ। ਪਰ ਇਹ ਆ ਵੀ 3 ਤਰੀਕ ਨੂੰ 8 ਵਜੇ ਉਹ ਬੰਦ ਹੋ ਜਾਣਾ, ਉਸ ਤੋਂ ਪਹਿਲਾਂ ਤੁਹਾਨੂੰ ਐਟਲੀਸਟ ਉਹਦੇ ਵਿੱਚ ਜਿਹੜਾ ਉਹ ਪਾਉਣਾ ਪੈਣਾ ਆ। ਬਾਕੀ ਦਿਨ ਉਸ ਤੋਂ ਪਹਿਲਾਂ ਜਿਹੜੇ ਆ ਤੁਸੀਂ ਜਦੋਂ ਮਰਜ਼ੀ ਜਾ ਕੇ 24 ਆਵਰ ਹੀ ਉਹ ਡ੍ਰੌਪ ਬਾਕਸ ਜਿਹੜਾ ਓਪਨ ਹੈਗਾ ਬੈਲਟ ਡ੍ਰੌਪ ਬਾਕਸ, ਯਾਨੀ ਕਿ ਉਹ ਜਿੱਦਾਂ ਚਿੱਠੀ ਪਾਉਂਦੇ ਹੁੰਦੇ ਨਾ, ਡਾਕ ਪਾਉਣੀ ਹੁੰਦੀ, ਉਸੇ ਤਰੀਕੇ ਦਾ ਹੀ ਜਿਹੜਾ ਉਹ ਬਣੇ ਹੁੰਦੇ ਵੱਡੇ ਜੇ, ਸੋ ਉਹਦੇ ਵਿੱਚ ਤੁਸੀਂ ਪਾ ਸਕਦੇ ਆ। ਬਹੁਤ ਸਾਰੇ ਲੋਕਾਂ ਨੇ ਇਸ ਵਾਰ ਇਸ ਦੀ ਜਿਹੜੀ ਕਾਫੀ ਵਰਤੋਂ ਜਿਹੜੀ ਉਹ ਕੀਤੀ ਆ, ਅਤੇ ਬਹੁਤ ਵਧੀਆ ਜਿਹੜੀ ਗੱਲ ਆ। ਸੋ ਬਿਲਕੁਲ ਆਪਣੇ ਘਰਾਂ ਦੇ ਵਿੱਚ ਪਏ ਰਹਿ ਜਾਂਦੇ, ਬਿੱਲਾਂ ਦੇ ਨਾਲ ਪਿਆ ਰਹਿ ਜਾਂਦਾ, ਉਹ ਬੰਦਾ ਡਰਦਾ ਹੀ ਨਹੀਂ ਖੋਲ੍ਹਦਾ ਵੀ ਕਿਤੇ ਚੋਂ ਵੀ ਬਿੱਲ ਨਾ ਨਿਕਲ ਆਵੇ। ਸੋ ਇਹ ਬਿੱਲ ਨਹੀਂ ਆ, ਇਹ ਬੈਲਟ ਹੋਣਾ ਆ। ਸੋ ਆਪਣੀ ਵੋਟ ਦੀ ਜਿਹੜੀ ਉਹ ਵਰਤੋਂ ਕਰੋ। ਇਹਦੇ ਵਿੱਚ ਆਈ ਡੋਂਟ ਨੋ ਵੀ ਕਾਊਂਟੀ ਦੇ ਹਿਸਾਬ ਨਾਲ ਰੰਗ ਵੱਖਰਾ ਆ। ਯੂਜਲੀ ਨੀਲੇ ਜਿਹੇ ਰੰਗ ਦਾ ਬਾਅਦ ਦੇ ਵਿੱਚੋਂ ਲਿਫਾਫਾ ਨਿਕਲਦਾ, ਉਹਦੇ ਵਿੱਚ ਤੁਸੀਂ ਆਪਣਾ ਬੈਲਟ ਫੋਲਡ ਕਰਕੇ ਉਸ ਨੂੰ ਉੱਤੇ ਸਾਈਨ ਕਰਕੇ ਤੁਸੀਂ ਉਸ ਨੂੰ ਸੀਲ ਕਰਕੇ ਫਿਰ ਵਾਪਸ ਜਿਹੜਾ ਆ ਉਹ ਜਿਹੜਾ ਉਹ ਪਾਉਣਾ ਹੁੰਦਾ ਆ। ਸੋ ਇਹ ਜਿਹੜਾ ਆ ਉਹ ਤੁਸੀਂ ਜ਼ਰੂਰ ਆਪਣੀ ਵੋਟ ਦੀ ਵਰਤੋਂ ਜਿਹੜੀ ਉਹ ਕਰਨੀ ਆ। ਸੋ 35,000 ਵੋਟਰ ਰਜਿਸਟਰਡ ਨੇ, ਉਹਨਾਂ 'ਚੋਂ ਅਜੇ ਤੱਕ 15,000 ਨੇ ਉੱਥੇ ਵੋਟ ਪਾਈ ਆ। ਸੋ ਬਾਕੀ ਅਜੇ ਜਿਹੜੇ ਰਹਿ ਗਏ ਨੇ ਉਹ ਇਸ ਦੀ ਵਰਤੋਂ ਜਿਹੜੀ ਉਹ ਜ਼ਰੂਰ ਕਰੋ, ਵੋਟ ਦਾ ਭੁਗਤਾਨ ਜਿਹੜਾ ਆ ਉਹ ਜ਼ਰੂਰ ਕਰੋ। ਅਤੇ ਹਰਜੀਤ ਥੈਂਕ ਯੂ ਵੈਰੀ ਮੱਚ। ਅਤੇ ਜਾਂਦੇ ਤੁਹਾਨੂੰ ਪੁੱਛ ਲਈਏ ਕੈਂਪੇਨ ਕਿੱਦਾਂ ਚੱਲ ਰਿਹਾ? ਹੁਣ ਤਾਂ ਦਿਨ ਬਹੁਤ ਥੋੜ੍ਹੇ ਰਹਿ ਗਏ ਆ। ਹਾਂਜੀ, ਕੈਂਪੇਨ ਬਹੁਤ ਵਧੀਆ ਚੱਲ ਰਿਹਾ। ਜਿੱਥੇ ਵੀ ਗੱਲਬਾਤ ਹੁੰਦੀ ਆ ਰਿਸਪਾਂਸ ਵਧੀਆ ਮਿਲਦਾ ਆ। ਸਾਰੇ ਇੱਥੇ ਦੇ ਯੂਥ ਬਹੁਤ ਐਕਸਾਈਟਿਡ ਨੇ ਵੀ ਮੈਂ ਖੜਾ ਹਾਂ, ਕਿਉਂਕਿ ਮੈਂ ਕਈ ਸਾਲਾਂ ਨਾਲ ਇਹਨਾਂ ਦੀ ਹੈਲਪ ਕਰੀ ਜਾਂਦਾ, ਇਹਨਾਂ ਦੇ ਨਾਲ ਹੀ ਖੜਾ ਹਾਂ। ਇੱਥੇ ਪੇਰੈਂਟਸ ਵੀ ਕਾਫੀ ਐਕਸਾਈਟਿਡ, ਟੀਚਰਸ ਵੀ ਐਕਸਾਈਟਿਡ, ਕਿਉਂਕਿ ਉਹ ਆਪ ਮੈਨੂੰ ਜਾਣਦੇ ਆ, ਮੈਂ ਇੱਥੇ ਦਾ ਪੜ੍ਹਿਆ ਲਿਖਿਆ। ਸੋ ਬਹੁਤ ਵਧੀਆ ਚੱਲਦਾ ਆ। ਬਸ ਇਹੀ ਆ, ਜੇ ਵੋਟ ਪੈ ਜਾਵੇ ਫਿਰ ਤਾਂ ਮੈਂ ਉਮੀਦ ਕਰਦਾ ਵੀ ਵਧੀਆ ਰਿਜ਼ਲਟ ਹੋਵੇਗਾ ਜੀ। ਸੋ ਇਹ ਦੱਸਦੇ ਜਾਈਏ ਬੈਲਟ ਦੇ ਉੱਤੇ ਕਿਸ ਨਾਮ ਦੇ ਉੱਤੇ ਜਿਹੜਾ ਤੁਹਾਡਾ ਹੋਊਗਾ, ਕਿਹੜੀ ਇਲੈਕਸ਼ਨ ਜਿਹੜੀ ਹੈ ਉਹਦੇ ਵਿੱਚ ਤੁਹਾਡਾ ਨਾਮ ਹੈਗਾ? ਇਹ ਨਾਨ ਪਾਰਟੀਜ਼ਨ ਇਲੈਕਸ਼ਨ ਵਾਲੀ ਹੈ ਨਾ ਤੁਹਾਡੀ ਜਿਹੜੀ? ਜੀ, ਨਾਨ ਪਾਰਟੀਜ਼ਨ ਇਲੈਕਸ਼ਨ ਆ ਇਹ। ਇੱਕੋ ਹੀ ਬੈਲਟ ਹੈਗੀ ਆ, ਇਹ 'ਤੇ ਲਿਖਿਆ ਹੋਣਾ ਮੇਰੀ ਇਲੈਕਸ਼ਨ ਵਾਸਤੇ ਯੂਬਾ ਸਿਟੀ ਯੂਨੀਫਾਈਡ ਗਵਰਨਿੰਗ ਬੋਰਡ ਮੈਂਬਰ ਟਰਸਟੀ ਏਰੀਆ 1। ਇੱਥੇ 6 ਜਣੇ ਖੜੇ ਆ। ਫਿਰ ਤੁਸੀਂ ਦੇਖ ਰਹੇ ਆ ਸਭ ਤੋਂ ਬੜਾ ਸੈਕਸ਼ਨ ਇਹੀ ਆ ਕਿਉਂਕਿ 6 ਜਣੇ ਖੜੇ ਆ ਜੀ, ਤੇ ਉੱਤੇ ਮੇਰਾ ਨਾਮ ਲਿਖਿਆ ਹੋਣਾ ਹਰਜੀਤ ਸਿੰਘ। ਸੋ ਉਹਦੇ ਵਿੱਚ ਪਿਕ ਕਿੰਨੇ ਕਰਨੇ ਨੇ? ਪਿਕ 2 ਆ ਜਾਂ ਪਿਕ 3 ਆ ਜਾਂ ਪਿਕ 1 ਆ? ਹਾਂਜੀ, ਤੁਸੀਂ ਅਪ ਟੂ ਪਿਕ 2 ਕਰ ਸਕਦੇ ਆ। ਠੀਕ ਹੈ, ਜਾਂ ਤੁਸੀਂ 1 ਤੇ ਨਿਸ਼ਾਨੀ ਲਾ ਸਕਦੇ, 2 ਤੇ ਉਹ ਤੁਹਾਡੀ ਮਰਜ਼ੀ, ਪਰ 2 ਤੋਂ ਵੱਧ ਨਹੀਂ। ਜੀ ਹਾਂਜੀ, ਚਲੋ ਥੈਂਕ ਯੂ ਬਹੁਤ ਬਹੁਤ ਜੀ। ਥੈਂਕ ਯੂ। ਤੇ ਬਸ ਜਾਂਦੇ ਮੈਂ ਇਹ ਵੀ ਜਾਣਕਾਰੀ ਦੇਣੀ ਆ ਵੀ ਜੇ ਕਿਸ ਨੂੰ ਮਦਦ ਚਾਹੀਦੀ ਆ ਆਪਣੇ ਬੈਲਟ ਤੇ ਜਾਂ ਵੋਟਿੰਗ ਤੇ, ਇੱਥੇ ਸਟਰ ਕਾਊਂਟੀ ਨੇ ਪੰਜਾਬੀ ਪੋਲ ਵਰਕਰ ਵੀ ਹਾਇਰ ਕੀਤੇ ਨੇ। ਤੇ ਜਦੋਂ ਤੁਸੀਂ ਇਨ ਪਰਸਨ ਜਾਂਦੇ ਆ ਤੁਸੀਂ ਪੰਜਾਬੀ ਵਿੱਚ ਮਦਦ ਲੈ ਸਕਦੇ ਆ। ਤੇ ਐਕਚੁਅਲੀ ਇਸ ਸਾਲ ਸਟਾਰਟਿੰਗ ਔਨ ਸੈਟਰਡੇ, ਇਸ ਸ਼ਨੀਵਾਰ ਨੂੰ ਸ਼ੁਰੂ ਤੇ ਜਿਹੜਾ ਪੋਲ ਸੈਂਟਰ ਆ ਖੁੱਲ੍ਹਣਾ। ਸੋ ਸ਼ਨੀਵਾਰ, ਐਤਵਾਰ, ਸੋਮਵਾਰ ਤੇ ਮੰਗਲਵਾਰ ਇਹ 4 ਦਿਨ ਪੋਲ ਸੈਂਟਰ ਖੁੱਲ੍ਹੇ ਹੋਣੇ ਆ 9 ਵਜੇ ਸਵੇਰ ਤੋਂ ਲੈ ਕੇ 5 ਵਜੇ ਤਾਈਂ। ਤੇ ਇਹ ਵੈਟਰਨਸ ਹਾਲ ਜਾ ਸਕਦੇ ਆ, ਜਾਂ ਇੱਥੇ ਯੂਬਾ ਸਿਟੀ ਫੇਅਰ ਗਰਾਊਂਡ ਵੀ ਉਹਨਾਂ ਨੇ ਖੋਲ੍ਹੀ ਆ ਪੋਲ ਸੈਂਟਰ। ਇੱਥੇ ਦੋਨੋਂ ਲੋਕੇਸ਼ਨ ਜਾ ਕੇ ਤੁਸੀਂ ਹੈਲਪ ਲੈ ਸਕਦੇ ਆ। ਵਧੀਆ ਜੇ ਤੁਸੀਂ ਸ਼ਨੀਵਾਰ, ਐਤਵਾਰ ਜਾ ਸਕਦੇ, ਇਹ ਸਭ ਤੋਂ ਵਧੀਆ, ਕਿਉਂਕਿ ਕਈ ਵਾਰ ਅਸੀਂ ਆਖਰੀ ਦਿਨ ਤੱਕ ਵੇਟ ਕਰਦੇ ਹਾਂ ਤੇ ਜਾਂਦੇ। ਮੈਂ ਵੀ ਕਈ ਸਾਲ ਪੋਲ ਸੈਂਟਰ ਵਿੱਚ ਕੰਮ ਵਾਲੰਟੀਅਰ ਕੀਤਾ ਆ ਤੇ ਲੋਕੀ ਉੱਥੇ ਜਾਂਦੇ, ਫਿਰ ਪਤਾ ਲੱਗਦਾ ਉਹਨਾਂ ਦੀ ਵੋਟ ਬਣੀ ਨਹੀਂ ਹੈਗੀ, ਤਾਂ ਫਿਰ ਉੱਥੇ ਵੋਟ ਬਣਾਉਣੀ ਪੈਂਦੀ। ਕਾਫੀ ਲੰਬਾ ਪ੍ਰੋਸੈਸ ਬਣ ਜਾਂਦਾ। ਤੇ ਜੇ ਕੋਈ ਪੋਲ ਵਰਕਰ ਕੋਲ ਟਾਈਮ ਨਹੀਂ ਹੈਗਾ ਮਦਦ ਕਰਨ ਲਈ, ਫਿਰ ਥੋੜਾ ਔਖਾ ਲੱਗਦਾ। ਸੋ ਪਹਿਲਾਂ ਜਾਵੋ, ਜੇ ਕੋਈ ਵੀ ਮਦਦ ਚਾਹੀਦੀ ਪੂਰੀ ਮਦਦ ਲਵੋ। ਤੇ ਇਸ ਸ਼ਨੀਵਾਰ ਤੋਂ ਸ਼ੁਰੂ ਲੈ ਕੇ ਤੁਸੀਂ ਜਾ ਸਕਦੇ, ਇਨ ਪਰਸਨ ਵੋਟ ਪਾ ਸਕਦੇ ਆ। ਆਈ ਥਿੰਕ ਹਰ ਕਾਊਂਟੀ ਵਿੱਚ ਅਰਾਊਂਡ ਸੇਮ ਥਿੰਗ ਜਾਂ ਵੀ ਸ਼ਨੀਵਾਰ ਨੂੰ ਸਾਰੇ ਪੋਲ ਸੈਂਟਰ ਖੁੱਲ੍ਹਦੇ ਆ ਜੀ। ਸੋ ਬਿਲਕੁਲ, ਸੋ 3 ਤਰੀਕ ਤੱਕ ਫਿਰ ਜਿਹੜੇ ਉਹ ਓਪਨ ਰਹਿਣਗੇ। ਅਰਲੀ ਜਿਹੜੀ ਇਨ ਪਰਸਨ ਵੋਟਿੰਗ ਜਿਹੜੀ ਆ ਉੱਥੇ ਜਾ ਕੇ ਤੁਸੀਂ ਜਿਹੜੀ ਉਹ ਕਰ ਸਕਦੇ ਆ। ਅਤੇ ਜਿਹੜੇ ਅਜੇ ਹੁਣੇ ਲੇਟੈਸਟ ਕੋਈ ਨਵੇਂ ਸਿਟੀਜ਼ਨ ਬਣੇ ਨੇ, ਉਹ ਕਿਉਂਕਿ ਔਨਲਾਈਨ ਰਜਿਸਟ੍ਰੇਸ਼ਨ ਦਾ ਸਮਾਂ ਤਾਂ ਸਮਾਪਤ ਹੋ ਚੁੱਕਾ ਆ, ਉਹ ਇਹਨਾਂ ਪੋਲਿੰਗ ਸਟੇਸ਼ਨਸ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਕੇ ਤੇ ਉਦੋਂ ਫਿਰ ਵੋਟ ਦਾ ਭੁਗਤਾਨ ਕਰ ਸਕਦੇ ਆ। ਬਹੁਤ ਬਹੁਤ ਸ਼ੁਕਰੀਆ ਹਰਜੀਤ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਰੋਤਿਆਂ ਦੱਸਦੇ ਜਾਈਏ, ਹਰਜੀਤ ਸਿੰਘ ਯੂਬਾ ਸਿਟੀ ਤੋਂ ਹੀ ਬੋਰਨ ਆ, ਜਕਾਰਾ ਮੂਵਮੈਂਟ ਦੇ ਡਾਇਰੈਕਟਰ ਆ। ਸਾਰਿਆਂ ਨੂੰ ਪਤਾ ਹੀ ਆ ਵੀ ਜਕਾਰਾ ਮੂਵਮੈਂਟ ਨੇ ਪਿਛਲੇ ਸਾਲਾਂ 'ਚ ਬਹੁਤ ਵਧੀਆ ਕੰਮ ਕੀਤੇ ਆ ਪੰਜਾਬੀ ਨੂੰ ਲੈ ਕੇ,
ਪਿਛਲੇ ਮਹੀਨਿਆਂ 'ਚ ਗੁਰੂ ਘਰਾਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਲਈ ਫੰਡ ਇਕੱਠਾ ਕੀਤਾ। ਜਸਵੰਤ ਸਿੰਘ ਖਾਲੜਾ ਸ਼ਹੀਦ ਜਿਹੜੇ ਆ ਉਹਨਾਂ ਦੇ ਨਾਂ ਤੇ ਪਾਰਕ ਫਰਿਜ਼ਨੋ ਦੇ ਵਿੱਚ ਹੋਰ ਜਿਹੜੇ ਨਵੰਬਰ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਜਿਹੜੇ ਆ ਰੈਜ਼ੋਲੂਸ਼ਨ ਵੱਖ-ਵੱਖ ਜਿਹੜੇ ਮੇਅਰ ਆ ਸਿਟੀ ਕੌਂਸਲ ਉਹਨਾਂ ਵੱਲੋਂ ਪਵਾਏ ਗਏ ਸਿਟੀ ਇਸੇ ਤਰ੍ਹਾਂ ਅਸੈਂਬਲੀ ਵੱਲੋਂ ਵੀ ਕੈਲੀਫੋਰਨੀਆ ਦੀ ਵੱਲੋਂ। ਸੋ ਇੱਦਾਂ ਦੇ ਨੌਜਵਾਨਾਂ ਦੀ ਹੈਲਪ ਕਰਨੀ ਚਾਹੀਦੀ ਆ। ਇੱਥੇ ਦਾ ਹੀ ਉਹ ਬੋਰਨ ਆ ਤੇ ਮਾਸਟਰਸ ਕੀਤੀ ਹੋਈ ਆ ਤੇ ਆਪ ਖੁਦ ਟੀਚਰ ਵੀ ਰਿਹਾ 2 ਸਾਲ। ਸੋ ਵਧੀਆ ਕੈਂਡੀਡੇਟ ਆ। ਸੋ ਇਸੇ ਤਰ੍ਹਾਂ ਹੋਰ ਵੀ ਆਪਣੇ ਪੰਜਾਬੀ ਮੂਲ ਦੇ ਬਹੁਤ ਕੈਂਡੀਡੇਟ ਆ, ਵੱਖ-ਵੱਖ ਫੀਲਡ ਸੁਪਰਵਾਈਜ਼ਰ ਹੈਗੇ ਆ। ਸਰਬ ਥਿਆੜਾ, ਕਰਮ ਬੈਂਸ, ਹੋਰ 2 ਹੋਰ ਆਪਣੀਆਂ ਬੱਚੀਆਂ ਵੀ ਹੈਗੀਆਂ। ਸੋ ਅਲੱਗ-ਅਲੱਗ ਆ ਭਾਈ, ਜਿਹੜੇ ਵੀ ਆ ਜ਼ਰੂਰ ਵੋਟ ਜ਼ਰੂਰ ਪਾਓ, ਕਿਉਂਕਿ ਦੇਖੋ ਵੀ 35,000 ਚੋਂ ਸਿਰਫ 15,000 ਹੀ ਪਈ ਹਜੇ ਪਈ ਹੈਗੀ ਆ ਜੁੱਬਾ ਸਿਟੀ 'ਚ। ਤੇ ਇਹ ਨਾ ਹੋਵੇ ਵੀ ਤੁਹਾਡੇ ਘਰੇ ਹੀ ਵੋਟਾਂ ਪਈਆਂ ਰਹਿਣ। ਕੱਲ ਸਾਨੂੰ ਕਾਲ ਆਈ ਸੀ ਕਿਸੇ ਦੀ ਵੀ ਮੈਂ ਜੀ ਸੈਂਸਸ ਐਡ ਕਰਨੀ ਆ, ਹਨਾ। ਅਸੀਂ ਕਿਹਾ ਵੀ ਅਸੀਂ ਇੰਨਾ 3 ਮਹੀਨੇ ਰੌਲਾ ਪਾਉਂਦੇ ਰਹੇ ਸਵੇਰੇ ਸ਼ਾਮ ਦੁਪਹਿਰੇ, ਤੇ ਉਹ ਡੇਟ ਹੁੰਦੀ ਹੈ, ਇੱਦਾਂ ਨਹੀਂ ਵੀ ਤੁਸੀਂ ਜਦ ਮਰਜ਼ੀ ਕਰ ਲਓ। ਨਿਕਲ ਗਿਆ ਸਮਾਂ ਪਲੀਜ਼ ਜੀ, ਉਹ ਸਮਾਂ ਤਾਂ ਨਿਕਲ ਗਿਆ। ਉਹਦੇ ਵਿੱਚ ਵੀ ਬਹੁਤ ਜਿਹੜਾ ਜ਼ੋਰ ਲਾਇਆ ਕਿਤੇ ਇੱਦਾਂ ਨਾ ਹੋਵੇ ਵੀ ਬਾਅਦ ਦੇ ਵਿੱਚ ਜਿੱਦਣ ਵੋਟਾਂ ਪੈ ਹਟਣ ਉਸ ਤੋਂ ਬਾਅਦ 'ਚ ਤੁਸੀਂ ਪੁੱਛਿਓ ਵੀ ਭਾਈ ਮੈਂ ਤਾਂ ਵੋਟ ਪਾਉਣੀ ਸੀ, ਕਿੱਥੇ ਮੈਂ ਹੁਣ ਪਾਵਾਂ। ਉਹ ਨਿਕਲ ਜਾਂਦਾ ਹੁੰਦਾ ਸਮਾਂ। ਸੋ 3 ਤਰੀਕ ਜਿਹੜੀ ਇਲੈਕਸ਼ਨ ਡੇ ਹੈਗਾ ਆ, ਉਸ ਤੋਂ ਪਹਿਲਾਂ 8 ਵਜੇ ਪੋਲਿੰਗ ਜਿਹੜੀ ਉਹ ਬੰਦ ਹੋ ਜਾਣੀ ਆ। ਉਸ ਤੋਂ ਪਹਿਲਾਂ ਹੀ ਤੁਹਾਨੂੰ ਜਿਹੜੀ ਆਪਣੀ ਵੋਟ ਦਾ ਭੁਗਤਾਨ ਜਿਹੜਾ ਆ ਉਹ ਕਰਨਾ ਪੈਣਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਰੱਖਿਓ। ਜਿੰਨੀ ਲੇਟ ਪਾਉਂਗੇ ਉਨੀ ਲੇਟ ਗਿਣੀ ਜਾਣੀ ਆ, ਅਤੇ ਉਸ ਤੋਂ ਪਹਿਲਾਂ ਫਿਰ ਨਤੀਜੇ ਜਿਹੜੇ ਉਹ ਆ ਜਾਂਦੇ ਹੁੰਦੇ ਆ। ਫਿਰ ਕਹਿਣਾ ਵੀ ਮੇਰੀ ਵੋਟ ਦਾ ਕੋਈ ਜਿਹੜਾ ਮਤਲਬ ਨਹੀਂ ਬਣਿਆ। ਪਰ ਵੋਟ ਜਿਹੜੀ ਉਹ ਤੁਸੀਂ ਜ਼ਰੂਰ ਪਾਓ ਤਾਂ ਜੋ ਸਮੇਂ ਸਿਰ ਜਿਹੜੀ ਉਹ ਗਿਣੀ ਜਾ ਸਕੇ। ਹਾਰ ਜਿੱਤ ਦਾ ਜਿਹੜਾ ਫਿਰ ਫੈਸਲਾ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਸੀਗਾ, ਇਹ ਵੀ ਦੱਸ ਜਾਈਏ ਜਿੱਦਾਂ ਇਹਨਾਂ ਦੇ ਸਕੂਲ ਬੋਰਡ ਦੀ ਜਿਹੜੀ ਵੋਟ ਆ ਨਾ, ਉਹ ਪੂਰੇ ਦੇ ਪੂਰੇ ਯੂਬਾ ਸਿਟੀ ਦੇ ਵਾਲਿਆਂ ਨੂੰ ਮਿਲਣੀ ਆ। ਜਿਹੜੇ ਸੁਪਰਵਾਈਜ਼ਰ ਦੀ ਆ ਉਹ ਲਿਮਿਟਿਡ ਏਰੀਆ ਦੇ ਵਿੱਚ ਜਿਹੜੇ ਇਲਾਕੇ ਉਹਨਾਂ ਦੇ ਵਿੱਚ ਆਉਂਦੇ ਆ, ਉੱਥੇ ਜਿਹੜੀ ਹੋਣੀ ਆ। ਜਿੱਦਾਂ ਤੁਸੀਂ ਨਾਮ ਲਿਆ ਕਰਮ ਬੈਂਸ, ਸਰਬ ਥਿਆੜਾ, ਤੇਜਮਾਨ, ਇਹ ਸਾਰੇ ਜਾਣੇ ਜਿਹੜੇ ਉੱਥੇ ਇਲੈਕਸ਼ਨ ਜਿਹੜੇ ਉਹ ਲੜ ਰਹੇ ਹੈਗੇ ਨੇ। ਸੋ ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਹੈਗਾ, ਤੁਸੀਂ ਉਸ ਨੂੰ ਜਿਹੜਾ ਵੋਟ ਆ ਉਹ ਜ਼ਰੂਰ ਪਾ ਸਕਦੇ ਆ। ਸੁਪਰਵਾਈਜ਼ਰ ਦੀ ਜਿਹੜੀ ਉਹ ਲਿਮਿਟਿਡ ਲੋਕਾਂ ਨੂੰ ਜਿਹੜੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਡਿਸਟ੍ਰਿਕਟ 'ਚ ਹੁੰਦੇ ਆ ਉਹਨਾਂ ਤੱਕ ਆਊਗੀ, ਅਤੇ ਜਿਹੜੇ ਸਕੂਲ ਬੋਰਡ ਵਾਲੀ ਉਹ ਪੂਰੇ ਯੂਬਾ ਸਿਟੀ ਵਾਲਿਆਂ ਨੂੰ ਜਿਹੜੀ ਆ ਉਹਨਾਂ ਦੀ ਵੋਟ ਜਿਹੜੀ ਉਹ ਆਉਣੀ ਹੁੰਦੀ ਆ। ਸੋ ਇਹ ਕਾਫੀ ਕਈ ਵਾਰੀ ਕੰਪਲੀਕੇਟਡ ਕਨਫਿਊਜ਼ਨ ਭਰਿਆ ਜਿਹੜਾ ਉਹ ਬਣ ਜਾਂਦਾ। ਇਸੇ ਲਈ ਉਹ ਇਲੈਕਸ਼ਨ ਦੀ ਇੱਕ ਤੁਹਾਨੂੰ ਪੈਂਫਲੇਟ ਵੀ ਗਾਈਡ ਵੀ ਜਿਹੜਾ ਆ ਉਹ ਪਹਿਲਾਂ ਹੀ ਘੱਲ ਦਿੰਦੇ ਹੁੰਦੇ ਆ ਤੁਹਾਡੀ ਬੈਲਟ ਆਉਣ ਤੋਂ ਪਹਿਲਾਂ। ਅਤੇ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤੀ ਵੱਲ ਨੂੰ ਆ। ਅਤੇ ਜ਼ੋਰ ਜਿੱਦਾਂ ਆਪਾਂ ਇੱਕ ਵਾਰੀ ਫੇਰ ਕਹਿ ਰਹੇ ਹਾਂ ਵੀ ਦੋਨਾਂ ਪਾਰਟੀਆਂ ਦਾ, ਕਿਉਂਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ, ਇਸ ਕਰਕੇ ਜ਼ੋਰ ਜਿਹੜਾ ਉਹਨਾਂ ਦਾ ਜ਼ਿਆਦਾ ਲੱਗਾ ਹੋਇਆ ਆ। ਉਹਦੀ ਚਰਚਾ ਜਿਹੜੀ ਉਹ ਜ਼ਿਆਦਾ ਹੁੰਦੀ ਆ। ਸੋ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਦੋਨੋਂ ਹੀ ਕੈਂਪੇਨ ਜਿਹੜੇ ਆ ਇੱਕ ਦੂਜੇ ਉੱਤੇ ਹਮਲੇ ਵੀ ਕਰੀ ਜਾਂਦੇ ਆ, ਅਤੇ ਇਹ ਆਪੋ ਆਪਣੇ ਪਾਸੇ ਵੋਟਰ ਖਿੱਚਣ ਦੀ ਕੋਸ਼ਿਸ਼ ਵੀ ਕਰ ਰਹੇ ਆ। ਹੁਣ ਰੀਸੈਂਟਲੀ ਜਿਹੜਾ ਹਰਜੋਤ ਸਿੰਘ ਜੀ ਪਹਿਲੀ ਵਾਰੀ ਆਈ ਥਿੰਕ ਦੇਖਿਆ ਗਿਆ ਆ ਵੀ ਟੈਕਸਸ ਨੂੰ ਉਹਨਾਂ ਨੇ ਟੌਸ ਅਪ ਸਟੇਟ ਜਿਹੜੀ ਉਹ ਦਿੱਤੀ ਹੈ। ਇੱਕ ਕੁੱਕ ਪੋਲੀਟੀਕਲ ਰਿਪੋਰਟ ਆ, ਉਹਨਾਂ ਨੇ ਪਹਿਲੋਂ ਲੀਨਜ਼ ਰਿਪਬਲਿਕਨ ਤੋਂ ਟੌਸ ਅਪ ਜਿਹੜੀ ਸਟੇਟ ਕੀਤੀ ਆ। ਕਹਿੰਦੇ ਇਹਦੇ ਕਰਕੇ ਬਾਈਡਨ ਕੈਂਪੇਨ ਨੇ ਜਿਹੜੀ ਬੀਬੀ ਹੈਰਿਸ ਹੈਗੀ ਆ ਉਸ ਨੂੰ ਹੁਣ ਟੈਕਸਸ ਦੇ ਵਿੱਚ ਜਿਹੜਾ ਉਹ ਘੱਲਿਆ ਹੈਗਾ ਆ। ਉਹ ਜਿਹੜੇ ਫਰਾਈਡੇ ਨੂੰ ਉੱਥੇ ਜਾ ਰਹੀ ਆ ਫੋਰਟ ਵਰਥ, ਮੈਕਐਲਨ ਅਤੇ ਹਿਊਸਟਨ ਦੇ ਵਿੱਚ ਉਹ ਆਪੋ ਆਪਣੇ ਕੈਂਪੇਨ ਰੈਲੀਜ਼ ਜਿਹੜੀਆਂ ਆ ਉਹ ਕਰੇਗੀ। ਅਤੇ ਰਾਸ਼ਟਰਪਤੀ ਟਰੰਪ ਵੀ ਲਗਾਤਾਰ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਆ ਉਹ ਰੈਲੀਜ਼ ਆ ਲਗਾਤਾਰ ਦਿਨ ਦੇ ਵਿੱਚ 3-3, 4-4 ਜਿਹੜੀਆਂ ਰੈਲੀਜ਼ ਉਹ ਕਰੀ ਜਾ ਰਹੇ ਆ। ਉਪ ਰਾਸ਼ਟਰਪਤੀ ਮਾਈਕ ਪੈਂਸ ਵੀ ਜਿਹੜੇ ਆ ਉਹ ਜ਼ੋਰ ਜਿਹੜਾ ਉਹ ਲਾ ਰਹੇ ਆ। ਅਤੇ ਉੱਧਰ ਜਿਹੜਾ ਇਹਨਾਂ ਦਾ ਓਪੋਜੀਸ਼ਨ ਦੇ ਵਿੱਚ ਖੜਾ ਆ ਡੈਮੋਕ੍ਰੇਟ ਪਾਰਟੀ ਦਾ ਨੋਮੀਨੀ ਜੋ ਬਾਈਡਨ ਵੀ ਆਪਣੇ ਪੱਧਰ ਦੇ ਉੱਤੇ ਜਿਹੜਾ ਜ਼ੋਰ ਆ ਉਹ ਲਾਈ ਜਾ ਰਿਹਾ ਆ। ਕੱਲ੍ਹ ਜਿਹੜੀ ਆਪਾਂ ਇਲੈਕਸ਼ਨ ਦੇ ਬਾਬਤ ਇਹ ਦੱਸਿਆ ਸੀ, ਮਿਸ਼ੀਗਨ ਦੇ ਵਿੱਚ ਇੱਕ ਜੱਜ ਨੇ ਕਹਿ ਦਿੱਤਾ ਸੀਗਾ ਵੀ ਇਲੈਕਸ਼ਨ ਡੇ ਵਾਲੇ ਦਿਨ ਜਿਹੜਾ ਮਿਸ਼ੀਗਨ ਅਫੀਸ਼ੀਅਲ ਨੇ ਕਿਹਾ ਸੀ ਪਹਿਲੋਂ ਵੀ ਓਪਨ ਕੈਰੀ ਜਿਹੜੇ ਆ ਫਾਇਰ ਆਰਮਸ ਆ ਉਹ ਪੋਲਿੰਗ ਪਲੇਸਿਸ ਦੇ ਉੱਤੇ ਇਲੈਕਸ਼ਨ ਡੇ ਵਾਲੇ ਦਿਨ ਨਹੀਂ ਕਰ ਸਕਦੇ। ਪਰ ਜੱਜ ਨੇ ਕਿਹਾ ਵੀ ਨਹੀਂ, ਜਿਹੜਾ ਤੁਸੀਂ ਰੂਲ ਬਣਾਇਆ ਆ ਉਹ ਇੰਪਰੋਪਰਲੀ ਸਹੀ ਤਰੀਕੇ ਦੇ ਨਾਲ ਇਫੈਕਟ ਦੇ ਵਿੱਚ ਤੁਸੀਂ ਨਹੀਂ ਪੁੱਟ ਕੀਤਾ, ਇਸ ਕਰਕੇ ਉਹਨਾਂ ਨੇ ਉਸ ਰੂਲ ਨੂੰ ਰੋਕ ਲਾ ਦਿੱਤੀ ਆ। ਅਤੇ ਹੁਣ ਜਿਹੜੇ ਮਿਸ਼ੀਗਨ ਦੇ ਅਫੀਸ਼ੀਅਲ ਆ ਉਹ ਇੱਕ ਵਾਰੀ ਫੇਰ ਕਹਿੰਦੇ ਆ ਉਹ ਟਰਾਈ ਕਰ ਰਹੇ ਆ ਵੀ ਜਿਹੜੀਆਂ ਗਨਜ਼ ਆ ਉਸ ਦੇ ਉੱਤੇ ਪੋਲਿੰਗ ਪਲੇਸਿਸ ਦੇ ਉੱਤੇ ਓਪਨ ਕੈਰੀ ਦੇ ਉੱਤੇ ਜਿਹੜਾ ਬੈਨ ਆ ਉਹ ਲਗਵਾਇਆ ਜਾ ਸਕੇ। ਸੋ ਇਹ ਜਿਹੜੀ ਫਾਈਟ ਇਸ ਟਾਈਮ ਮਿਸ਼ੀਗਨ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ।
ਸੋ ਇੱਥੇ ਹੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਜਿਹਦੇ ਵਾਸਤੇ ਸਿਰਫ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਜੀ।